ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ ਮੈਂ ਤੁਝ ਬਿਨ ਅਵਰ ਨਾ ਕੋਈ। ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹੋਂ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਧੰਨ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੇ ਅੰਮ੍ਰਿਤ ਬਚਨ ਹਨ। ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਭ ਤੋਂ ਪਹਿਲਾਂ ਆਪਾਂ ਸੰਗਤ ਸ਼ਬਦ ਦੇ ਵਿਚਾਰ ਕਰੀਏ। ਗੁਰੂ ਸਵਾਰਿਓ ਵਿਦਵਾਨ ਜਨਾਂ ਨੇ ਸ਼ਬਦ ਸੰਗਤ ਦੇ ਅਰਥ ਕੀਤੇ ਨੇ ਮੇਲ, ਸੋਬਤ, ਸੰਗ, ਇਕੱਠ, ਮਜਲਿਸ, ਭੀੜ ਆਦਿ। ਅਤੇ ਸਤ ਸੰਗਤ ਜਿਹੜਾ ਸ਼ਬਦ ਹੈ ਇਸ ਦੇ ਅਰਥ ਵਿਦਵਾਨ ਜਨਾਂ ਨੇ ਕੀਤੇ ਸੱਚੀ ਸੰਗਤ, ਪਵਿੱਤਰ ਸੰਗਤ, ਭਲਿਆਂ ਪੁਰਸ਼ਾਂ ਦੀ ਸੰਗਤ। ਭਾਵ ਉਹ ਸੰਗਤ ਜਿੱਥੇ ਕੇਵਲ ਇੱਕ ਨਾਮ ਦੀ ਵਿਚਾਰ ਹੁੰਦੀ ਹੈ, ਉਹ ਸਤ ਸੰਗਤ ਜਿੱਥੇ ਪਰਮਾਤਮਾ ਦੇ ਨਾਮ ਨੂੰ ਜਪਿਆ, ਸਿਮਰਿਆ ਤੇ ਗਾਵਿਆ ਜਾਂਦਾ ਹੈ। ਤਾਂ ਹੀ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ। ਜਿੱਥੇ ਕੇਵਲ ਤੇ ਕੇਵਲ ਇੱਕ ਨਾਮ ਦੀ ਵਿਚਾਰ ਹੈ ਉਹ ਸਤ ਸੰਗਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ ਕਿ ਮਨੁੱਖ ਜਿਹੋ ਜੀ ਸੰਗਤ ਕਰਦਾ ਹੈ ਉਹੋ ਜਿਹਾ ਫਲ ਪ੍ਰਾਪਤ ਕਰਦਾ ਹੈ। ਭਾਵ ਉਸ ਦੀ ਮੰਦੀ ਚੰਗੀ ਸੰਗਤ ਦਾ ਪ੍ਰਭਾਵ ਉਸ ਦੇ ਮਨ ਦੇ ਉੱਪਰ ਪੈਂਦਾ ਹੈ। ਜੇ ਮਨ ਚੰਗਿਆਂ ਪੁਰਸ਼ਾਂ ਦੀ ਸੰਗਤ ਕਰਦਾ ਹੈ ਤੇ ਚੰਗਾ ਬਣਦਾ ਹੈ। ਜੇ ਮੰਦਿਆਂ ਪੁਰਖਾਂ ਦੀ ਸੰਗਤ ਮਿਲਦੀ ਹੈ ਤੇ ਮਨ ਵਿਕਾਰੀ ਹੋ ਜਾਂਦਾ ਹੈ। ਕਬੀਰ ਜੀ ਦੇ ਅੰਮ੍ਰਿਤ ਬਚਨ ਹਨ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿਦ ਸਜਾਏ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਸਿੱਖ ਪੰਥ ਦੇ ਮਹਾਨ ਵਿਦਵਾਨ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹਵਾ, ਪਾਣੀ, ਅਗਨ ਤੋਂ ਉਦਾਹਰਣਾਂ ਲੈ ਕੇ ਸਮਝਾਉਣ ਦਾ ਯਤਨ ਕੀਤਾ ਹੈ। ਜਿਵੇਂ ਕਿ ਭਾਈ ਸਾਹਿਬ ਜੀ ਬਚਨ ਕਰਦੇ ਨੇ ਕਿ ਇੱਕ ਹਵਾ ਉਹ ਚੱਲੀ ਜਿਹੜੀ ਬੱਦਲਾਂ ਨੂੰ ਘੇਰ ਕੇ ਲਿਆਈ, ਬਰਖਾ ਹੋਈ, ਧਰਤੀ 'ਤੇ ਹਰਿਆਵਲ ਹੀ ਛਾ ਗਈ। ਦੂਜੀ ਹਵਾ ਉਹ ਜੋ ਤੂਫਾਨ ਬਣ ਕੇ ਆਈ, ਖੇਤਾਂ ਦੇ ਖੇਤ, ਘਰਾਂ ਦੇ ਘਰ, ਸ਼ਹਿਰਾਂ ਦੇ ਸ਼ਹਿਰ ਉਜਾੜ ਦਿੱਤੇ। ਦੂਜੀ ਉਦਾਹਰਣਾਂ ਵਿੱਚ ਭਾਈ ਸਾਹਿਬ ਜੀ ਸਮਝਾਉਂਦੇ ਨੇ ਕਿ ਇੱਕ ਖਾਣਾ, ਇੱਕ ਭੋਜਨ ਉਹ ਜਿਹੜਾ ਸਰੀਰ ਦੇ ਅੰਦਰ ਤਾਕਤ ਪੈਦਾ ਕਰਦਾ ਹੈ, ਜਿਹੜਾ ਸਰੀਰ ਦੀ ਭੁੱਖ ਨੂੰ ਮਿਟਾਉਂਦਾ ਹੈ, ਸ਼ਾਂਤੀ ਤੇ ਅੰਦਰ ਦੀ ਐਨਰਜੀ ਬਖਸ਼ਦਾ ਹੈ। ਪਰ ਗੁਰੂ ਸਵਾਰਿਓ ਇੱਕ ਖਾਣਾ, ਇੱਕ ਭੋਜਨ ਉਹ ਜਿਹੜਾ ਮਨੁੱਖ ਦੇ ਅੰਦਰ ਵਿਕਾਰ ਪੈਦਾ ਕਰ ਦਿੰਦਾ ਹੈ, ਸਰੀਰ ਰੋਗੀ ਬਣਾ ਦਿੰਦਾ ਹੈ। ਇਸੇ ਤਰ੍ਹਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਉਹ
ਜਿਹੜਾ ਕਿ ਪਿਆਸ ਬੁਝਾਉਂਦਾ ਹੈ, ਸਰੀਰ ਨੂੰ ਠੰਡਕਤਾ ਬਖਸ਼ਦਾ ਹੈ, ਇਸ਼ਨਾਨ ਕਰਨ ਦੇ ਕੰਮ ਆਉਂਦਾ ਹੈ, ਕੱਪੜੇ ਧੋਣ ਦੇ ਕੰਮ ਆਉਂਦਾ ਹੈ ਤੇ ਪਰ ਉਪਕਾਰ ਕਰਦਾ ਹੈ। ਤੇ ਇੱਕ ਪਾਣੀ ਉਹ ਜਿਹੜਾ ਸ਼ਰਾਬ ਦੇ ਰੂਪ ਵਿੱਚ ਬੰਦੇ ਨੂੰ ਰੋਗੀ ਬਣਾ ਦਿੰਦਾ ਹੈ, ਉਸ ਦੇ ਚੰਗੇ ਮੰਦੇ ਦੀ ਪਛਾਣ ਕਰਨ ਦੇ ਅਸਮਰਥ ਬਣਾ ਦਿੰਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਖਾਣ ਪਾਣ ਦੀ ਗੱਲ ਕਰਦੇ ਨੇ ਤੇ ਸਤਿਗੁਰਾਂ ਨੇ ਫਰਮਾਇਆ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜ਼ਕ ਸੰਭਾਏ। ਖਾਣਾ ਪੀਣਾ ਪਵਿੱਤਰ ਹੈ, ਉਸ ਪਰਮਾਤਮਾ ਨੇ ਸਾਨੂੰ ਰਿਜ਼ਕ ਬਖਸ਼ਿਆ ਹੈ, ਇਹ ਰਿਜ਼ਕ ਖਾਣਾ ਹੈ। ਪਰ ਗੁਰੂ ਸਵਾਰਿਓ, ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਉਹ ਖਾਣਾ ਜਿਹੜਾ ਸਰੀਰ ਨੂੰ ਰੋਗੀ ਬਣਾ ਦੇਵੇ, ਜਿਹੜਾ ਮਨ ਨੂੰ ਵਿਕਾਰੀ ਬਣਾ ਦੇਵੇ, ਉਹ ਖਾਣਾ ਖਾਣਾ ਖੁਆਰ ਹੈ, ਖੁਸ਼ੀ ਖੁਆਰ ਹੈ। ਇਸੇ ਤਰ੍ਹਾਂ ਬਾਬਾ ਫਰੀਦ ਜੀ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਤੇ ਬਾਬਾ ਜੀ ਬਚਨ ਕਰਦੇ ਨੇ, ਫਰੀਦਾ ਰੁੱਖੀ ਮਿੱਸੀ ਖਾਏ ਕੈ, ਠੰਡਾ ਪਾਣੀ ਪੀਓ, ਦੇਖ ਪਰਾਈ ਚੌਪੜੀ, ਨਾ ਤਰਸਾਏ ਜਿਓ। ਗੁਰੂ ਸਵਾਰਿਓ, ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਰਾਹੀਂ ਉਪਦੇਸ਼ ਦਿੱਤਾ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਾਏ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਹੇ ਬੰਦੇ, ਜਿਸ ਪੀਣ ਦੇ ਨਾਲ ਤੇਰੀ ਮੱਤ ਮਾਰੀ ਜਾਂਦੀ ਹੈ, ਜਿਸ ਪੀਣ ਦੇ ਨਾਲ ਤੂੰ ਚੰਗੇ ਮੰਦੇ ਦੀ ਪਛਾਣ ਨਹੀਂ ਕਰ ਸਕਦਾ, ਆਪਣੇ ਘਰਦਿਆਂ ਨੂੰ ਨਹੀਂ ਪਛਾਣ ਸਕਦਾ, ਪਰਾਇਆਂ ਨੂੰ ਨਹੀਂ ਪਛਾਣ ਸਕਦਾ, ਕਹਿੰਦੇ ਇਹੋ ਜੀ ਸ਼ਰਾਬ, ਇਹੋ ਜੀ ਗੰਧ ਪੀਣ ਦੇ ਨਾਲ ਤੇਰਾ ਮਨ ਤੇ ਤਨ ਰੋਗੀ ਹੋ ਜਾਏਗਾ। ਗੁਰੂ ਸਵਾਰਿਓ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਜਿਹੜੀਆਂ 3 ਉਦਾਹਰਣਾਂ ਬਖਸ਼ਿਸ਼ ਕੀਤੀਆਂ, ਪਹਿਲੀ ਉਦਾਹਰਣਾ ਆਪ ਜੀ ਨੇ ਸਰਵਣ ਕੀਤੀ ਹੈ, ਉਹਨਾਂ ਨੇ ਹਵਾ ਦੀ ਉਦਾਹਰਣਾ ਦਿੱਤੀ, ਦੂਜੀ ਪਾਣੀ ਦੀ ਉਦਾਹਰਣਾ ਦਿੱਤੀ, ਖਾਣ ਪਾਣ ਦੀ ਉਦਾਹਰਣਾ ਦਿੱਤੀ ਹੈ। ਇਸੇ ਤਰ੍ਹਾਂ ਇੱਕ ਉਦਾਹਰਣਾ ਅਗਨ ਦੀ ਵੀ ਦਿੰਦੇ ਹਨ, ਕਹਿੰਦੇ ਇੱਕ ਅੱਗ ਉਹ ਜਿਹੜੀ ਭੋਜਨ ਬਣਾਉਣ ਦੇ ਕੰਮ ਆਉਂਦੀ ਹੈ, ਠੰਡ ਵਿੱਚ ਸਰੀਰ ਨੂੰ ਤਪਸ਼ ਦੇਣ ਦੇ ਕੰਮ ਆਉਂਦੀ ਹੈ, ਤੇ ਇੱਕ ਅਗਨ ਉਹ ਜਿਹੜੀ ਘਰਾਂ ਦੇ ਘਰ, ਸ਼ਹਿਰਾਂ ਦੇ ਸ਼ਹਿਰ ਸਾੜ ਕੇ ਨੇਸ ਤੋਂ ਨਾਬੂਦ ਕਰ ਦਿੰਦੀ ਹੈ। ਭਾਈ ਸਾਹਿਬ ਆਪਣੀ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ, ਕਹਿੰਦੇ ਇਸੇ ਤਰ੍ਹਾਂ ਜਦੋਂ ਕੋਈ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ, ਗੁਰਮੁਖਾਂ ਦੀ ਸੰਗਤ ਕਰਦਾ ਹੈ, ਭਜਨ ਬੰਦਗੀ ਵਾਲਿਆਂ ਦੀ ਸੰਗਤ ਕਰਦਾ ਹੈ, ਤੇ ਉਹੀ ਸੰਗਤ ਉਸ ਨੂੰ ਜੀਵਨ ਮੁਕਤ ਬਣਾ ਦਿੰਦੀ ਹੈ। ਤੇ ਜਦੋਂ ਕੋਈ ਦੁਸ਼ਟ ਪਾਪੀਆਂ ਦੀ ਸੰਗਤ ਕਰਦਾ ਹੈ, ਕੁਕਰਮੀਆਂ ਦੀ ਸੰਗਤ ਕਰਦਾ ਹੈ, ਨਸ਼ੇ ਵਰਤਣ ਵਾਲਿਆਂ ਦੀ ਸੰਗਤ ਕਰਦਾ ਹੈ, ਤੇ ਉਹ ਬੰਦਾ ਜਮਪੁਰ ਪਹੁੰਚਦਾ ਹੈ, ਜਮਾਂ ਦੀ ਮਾਰ ਸਹਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ, ਕਾਹੂ ਦਸ਼ਾ ਕੇ ਪਵਨ ਗਵਨ ਕੇ ਬਰਖਾ ਹੈ, ਕਾਹੂ ਦੇਸ਼ ਕੋ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਆਰੋਗ ਦੇਹੀ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਲ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਕਹਿੰਦੇ ਕਿਸੇ ਦੀ ਸੰਗਤ ਮਿਲ ਕੇ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ, ਤੇ ਕੋਈ ਐਸਾ ਵੀ ਮਨਮੁਖ ਮਿਲਿਆ ਜਿਹਦੀ ਸੰਗਤ ਕੀਤਿਆਂ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ। ਸੰਗਤ ਦੀ ਗੱਲ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇੱਕ ਪੌੜੀ ਅੰਦਰ ਬਚਨ ਕੀਤੇ, ਕਹਿੰਦੇ ਵੇਖੋ ਦੁਨੀਆ ਦੇ ਲੋਗੋ, ਅਮਲੀ ਲੋਕਾਂ ਦੀ ਸੰਗਤ ਅਮਲੀਆਂ ਦੇ ਨਾਲ, ਸੋਫੀਆਂ ਦੀ ਸੰਗਤ ਸੋਫੀਆਂ ਦੇ ਨਾਲ, ਕਹਿੰਦੇ ਜਿਹੜੇ ਮਸ਼ਕਰੀਆਂ ਕਰਨ ਵਾਲੇ ਉਹ ਲੱਭਦੇ ਨੇ ਮਸ਼ਕਰੀਆਂ ਕਰਨ ਵਾਲਿਆਂ ਨੂੰ, ਉਹਨਾਂ ਦੇ ਨਾਲ ਉਹਨਾਂ ਦੇ ਵਿਚਾਰ ਮਿਲਦੇ ਨੇ। ਕਹਿੰਦੇ ਚੁਗਲੀਆਂ ਕਰਨ ਦਾ ਜਿਨ੍ਹਾਂ ਦਾ ਸੁਭਾਅ ਬਣ ਗਿਆ, ਉਹ ਚੁਗਲਖੋਰ ਚੁਗਲਾਂ ਨੂੰ ਲੱਭਦੇ ਤੇ ਉਹਨਾਂ ਦੇ ਕੋਲ ਬੈਠ ਬੈਠ ਕੇ ਇੱਕ ਦੂਜੇ ਦੀਆਂ ਚੁਗਲੀਆਂ ਕਰਨੀਆਂ, ਇਹ ਉਹਨਾਂ ਦਾ ਸੁਭਾਅ ਬਣ ਗਿਆ। ਕਹਿੰਦੇ ਤੁਸੀਂ ਦੁੱਖ ਦੀ ਗੱਲ ਛੇੜੋ, ਆਪਣੇ ਦੁੱਖ ਦੀ ਵਿਚਾਰ ਕਰੋ, ਕਿਸੇ ਦੇ ਅੱਗੇ ਕਹਿ ਦਿਓ ਆਪਣਾ ਇੱਕ ਦੁੱਖ ਦੱਸੋ, ਤੇ ਅੱਗੋਂ ਉਹ ਦੁੱਖਾਂ ਦੀ ਪੰਡ ਖੋਲ ਦਿੰਦਾ ਹੈ। ਭਾਵ ਦੁਖਿਆਰੇ ਮਿਲ ਕੇ ਦੁਖਿਆਰਿਆਂ ਨਾਲ ਆਪਣੇ ਆਪਣੇ ਦੁੱਖਾਂ ਦੀ ਸਾਂਝ ਕਰਦੇ ਨੇ। ਇਸੇ ਤਰ੍ਹਾਂ ਕਹਿੰਦੇ ਚੋਰਾਂ ਦੀ ਚੋਰਾਂ ਦੇ ਨਾਲ, ਹੁਣ ਆਪ ਜੀ ਨੂੰ ਪਤਾ ਹੈ ਜਿਵੇਂ ਕਿਸੇ ਸ਼ਹਿਰ ਜਾਂ ਪਿੰਡ ਮਹੱਲੇ ਵਿੱਚ ਚੋਰੀ ਹੋ ਜਾਏ ਤੇ ਪੁਲਿਸ ਉੱਥੇ ਦੇ ਜਿਹੜੇ ਰਜਿਸਟਰਡ ਚੋਰ ਹੁੰਦੇ ਨੇ ਉਹਨਾਂ ਨੂੰ ਪਕੜਦੀ ਹੈ, ਕਿਉਂਕਿ ਉਹਨਾਂ ਦੇ ਵਿੱਚੋਂ ਹੀ ਫਿਰ ਅਸਲ ਚੋਰ ਦਾ ਕਲਿਊ ਪਤਾ ਲੱਗ ਜਾਂਦਾ ਹੈ, ਅਸਲ ਚੋਰ ਕਿਹੜਾ ਉੱਥੋਂ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿ ਚੋਰਾਂ ਦੀ ਚੋਰਾਂ ਦੇ ਨਾਲ, ਠੱਗਾਂ ਦੀ ਠੱਗਾਂ ਦੇ ਨਾਲ ਮਿੱਤਰਤਾ ਹੈ, ਸੰਗਤ ਹੈ, ਪਰ ਗੁਰੂ ਕੇ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ, ਗੁਰਸਿੱਖਾਂ ਦੀ ਸੰਗਤ ਸਾਧ ਸੰਗਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹੈ, ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਮਨ ਤਾਰੂ ਤਾਰੂ ਤਾਰ ਮਿਲੰਦੇ, ਮਸ਼ਕਰਿਆਂ ਮਿਲ ਮਸ਼ਕਰੇ,
ਚੁਗਲਾ ਚੁਗਲ ਉਮਾਹੀ ਮਿਲੰਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲੇ ਆਪਣੇ ਦੁੱਖ ਰਵੰਦੇ। ਕਹਿੰਦੇ ਚੋਰਾਂ ਚੋਰਾਂ ਪਿਰਹੜੀ, ਠੱਗ ਠੱਗ ਮਿਲ ਦੇਸ਼ ਠਗੰਦੇ, ਸਾਧ ਸੰਗਤ ਗੁਰਸਿੱਖ ਵਸੰਦੇ। ਕਹਿੰਦੇ ਗੁਰੂ ਕੇ ਸਿੱਖ ਸਤ ਸੰਗਤ ਵਿੱਚ ਵਸਦੇ ਨੇ, ਉਹਨਾਂ ਦੀ ਚੋਰਾਂ ਨਾਲ ਨਹੀਂ, ਉਹਨਾਂ ਦੀ ਅਮਲੀਆਂ ਨਾਲ ਨਹੀਂ, ਉਹਨਾਂ ਦੀ ਚੁਗਲਾਂ ਨਾਲ ਨਹੀਂ, ਉਹਨਾਂ ਦੀ ਸਤ ਸੰਗੀਆਂ ਦੇ ਨਾਲ ਸੰਗਤ ਹੈ, ਸਤ ਸੰਗੀਆਂ ਦੇ ਨਾਲ ਮਿੱਤਰਤਾ ਹੈ। ਤਾਂ ਹੀ ਸਤਿਗੁਰਾਂ ਦੇ ਇਹ ਅੰਮ੍ਰਿਤ ਬਚਨ ਆਪਾਂ ਫਿਰ ਇੱਕ ਵਾਰ ਵਿਚਾਰਨ ਕਰੀਏ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਆਪਾਂ ਪੜ੍ਹਦੇ ਹਾਂ, ਗੁਰਬਾਣੀ ਤੋਂ ਵੀ ਉਦਾਹਰਨਾਂ ਮਿਲਦੀਆਂ ਨੇ। ਕਹਿੰਦੇ ਜਦੋਂ ਗਨਕਾ ਨੂੰ ਨਾਮ ਵਿੱਚ ਰੱਤੇ ਮਹਾਂਪੁਰਸ਼ ਦੀ ਸੰਗਤ ਮਿਲੀ ਤਾਂ ਉਹਦਾ ਪਾਰ ਉਤਾਰਾ ਹੋ ਗਿਆ। ਉਹਨੇ ਜੰਮਪੁਰ ਦੀ ਮਾਰ ਨਹੀਂ ਖਾਧੀ, ਉਹਨੇ ਪਰਮਾਤਮਾ ਦੇ ਦੇਸ਼ ਅਪੜਨਾ ਕੀਤਾ। ਇਸੇ ਤਰ੍ਹਾਂ ਭਾਈ ਗੜੀਏ ਦੀ ਸੰਗਤ ਕਰਕੇ ਬਾਬਾ ਬਿੱਧੀ ਚੰਦ ਇੱਕ ਮਹਾਂਪੁਰਸ਼ ਬਣ ਗਏ, ਇੱਕ ਰੱਬ ਦੇ ਪਿਆਰੇ ਬਣ ਗਏ, ਗੁਰਮੁਖਾਂ ਵਿੱਚ ਉਹਨਾਂ ਦਾ ਸ਼ੁਮਾਰ ਹੋ ਗਿਆ। ਤੇ ਇਤਨਾ ਵੱਡਾ ਸ਼ੁਮਾਰ, ਇਤਨਾ ਵੱਡਾ ਸਤਿਕਾਰ ਮਿਲਿਆ, ਜਿਵੇਂ ਕਿ ਇਤਿਹਾਸਕਾਰ ਲਿਖਦੇ ਨੇ, ਬਿੱਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣ ਗਏ। ਸਤ ਸੰਗਤ ਦੀ ਮਹਿਮਾ ਬਿਆਨ ਕਰਦਿਆਂ ਪੰਚਮ ਪਾਤਸ਼ਾਹ ਜੀ ਬਿਲਾਵਲ ਰਾਗ ਦੇ ਇੱਕ ਪਵਿੱਤਰ ਸ਼ਬਦ ਰਾਹੀਂ ਉਪਦੇਸ਼ ਕਰਦਿਆਂ ਬਚਨ ਕਰਦੇ ਨੇ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਕਹਿੰਦੇ ਗੁਰੂ ਕੇ ਪਿਆਰਿਓ, ਸਾਧੂ ਦੀ ਸੰਗਤ ਦੀ ਮਹਿਮਾ, ਸਤ ਸੰਗਤ ਦੀ ਮਹਿਮਾ ਸੁਣੋ। ਕਹਿੰਦੇ ਉਸ ਸੰਗਤ ਵਿੱਚ ਗਿਆ ਜਨਮਾਂ ਜਨਮਾਂ ਦੀ ਮੈਲ ਲੱਥ ਜਾਂਦੀ ਹੈ, ਜਨਮਾਂ ਜਨਮਾਂ ਦੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ ਤੇ ਇਹ ਮਨ ਜਿਹੜਾ ਹੈ ਇਹ ਨਿਰਮਲ ਹੋ ਜਾਂਦਾ ਹੈ। ਅੱਗੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਜੋ ਬਚਨ, ਇਹ ਜੋ ਸ਼ਬਦ ਪ੍ਰਾਰੰਭ ਕੀਤਾ ਹੈ, ਇਹਨਾਂ ਪਵਿੱਤਰ ਪੰਕਤੀਆਂ ਨਾਲ ਪ੍ਰਾਰੰਭ ਕੀਤਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਗੀਤਾ, ਅੰਧਲੇ ਤ੍ਰਿਪੁਣ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਐਸੀ ਭਗਤ ਗੋविंद ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਨੋ ਤਿਸ ਅਵੈ ਦਾਨ ਦੀਤਾ, ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰਦ ਕੀਤਾ, ਸ਼ਰਮ ਕਰਤੇ ਆੜ ਦਾਮ ਕੋ ਤੇ ਗਣੀ ਤਨੀਤਾ, ਕੌਣ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਤਾ। ਅਰਦਾਸ ਕੀਤੀ ਸੱਚੇ ਪਾਤਸ਼ਾਹ, ਮੈਨੂੰ ਵੀ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਬਖਸ਼ੋ ਤਾਂ ਕਿ ਭਾਰ ਉਤਾਰਾ ਹੋ ਜੇ। ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲੇ ਗੁਰਮੁਖ ਜਨ ਰੋਜ਼ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਨੇ। ਪੰਚਮ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੇ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁਗਿਆਨ, ਸਾਧ ਸੰਗ ਬੁਝੇ ਸਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ। ਕਬੀਰ ਜੀ ਦੇ ਪੁੱਛੀਏ ਕਿ ਹੇ ਕਬੀਰ ਜੀ, ਆਪ ਜੀ ਕਹਿੰਦੇ ਹੋ ਸਾਨੂੰ ਬੜੀ ਉੱਚੀ ਪਦਵੀ ਮਿਲ ਗਈ, ਅਸੀਂ ਤਾਂ ਪਰਮਾਤਮਾ ਦੇ ਸਿੰਘਾਸਨ ਤੇ ਪਹੁੰਚ ਗਏ। ਅੰਮ੍ਰਿਤ ਬਚਨ ਕਬੀਰ ਜੀ ਦੇ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੈ ਪਛਾਨੀ। ਕਬੀਰ ਜੀ ਤੋਂ ਪੁੱਛੀਏ ਕਿ ਬਾਬਾ ਜੀ ਆਪ ਕਿਰਪਾ ਕਰਕੇ ਦੱਸੋ ਕਿ ਉਸ ਸਿੰਘਾਸਨ ਤੇ ਕਿਵੇਂ ਪਹੁੰਚੇ, ਉਹ ਸਾਰੰਗ ਪਾਣੀ ਦੇ ਵਿੱਚ ਕਿਵੇਂ ਮੇਲ ਹੋ ਗਿਆ, ਉਹ ਰਾਮ ਦਾ ਰੂਪ ਕਿਵੇਂ ਹੋ ਗਏ, ਰਾਮ ਕਬੀਰੇ ਭੇਦ ਨਾ ਭਾਈ ਕਿਵੇਂ ਹੋਇਆ। ਤਾਂ ਕਬੀਰ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਕਬੀਰ ਸੰਗਤ ਕਰੀਐ ਸਾਧ ਕੀ, ਜਾਂ ਤੇ ਹੋਏ ਨਿਰਵਾਹ, ਸਾਖਤ ਸੰਗ ਨਾ ਕੀਜੀਐ ਜਾਂ ਤੇ ਹੋਏ ਬਿਨਾ। ਕਹਿੰਦੇ ਸੰਗਤ ਕਰਨੀ ਹੈ ਤਾਂ ਕਿਸੇ ਰੱਬ ਦੇ ਪਿਆਰੇ ਦੀ ਕਰ, ਸਤ ਸੰਗੀਆਂ ਦੀ ਕਰ, ਜਿਸ ਦੇ ਨਾਲ ਤੇਰਾ ਨਿਰਵਾਹ ਹੋ ਜਾਏਗਾ। ਜੇ ਸਾਖਤ ਬੰਦੇ ਦੀ ਸੰਗਤ ਕਰੇਗਾ, ਦੁਸ਼ਟਾਂ ਦੀ ਸੰਗਤ ਕਰੇਗਾ ਤਾਂ ਤੇਰਾ ਵਿਨਾਸ਼ ਹੋ ਜਾਏਗਾ। ਕਬੀਰ ਜੀ ਨੇ ਜਦੋਂ ਸਤ ਸੰਗਤ ਦੀ ਗੱਲ ਕੀਤੀ ਤੇ ਆਪਣੇ ਅੰਮ੍ਰਿਤ ਬਚਨਾਂ ਰਾਹੀਂ ਉਪਦੇਸ਼ ਦਿੱਤਾ। ਕਹਿੰਦੇ ਦੇਖੋ ਦੁਨੀਆ ਦੇ ਲੋਗੋ ਕਿ ਜਿਵੇਂ ਸ਼ਹਿਰਾਂ ਪਿੰਡਾਂ ਦਾ, ਨਾਲੀਆਂ ਦਾ, ਨਹਿਰਾਂ ਦਾ ਗੰਦਾ ਪਾਣੀ ਇਕੱਠਾ ਹੁੰਦਾ ਹੈ, ਉਹ ਪਾਣੀ ਜਾ ਕੇ ਗੰਗਾ ਵਿੱਚ ਮਿਲ ਜਾਂਦਾ ਹੈ ਤੇ ਗੰਗਾ ਦਾ ਹੀ ਰੂਪ ਹੋ ਜਾਂਦਾ ਹੈ, ਗੰਗਾ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ। ਫਿਰ ਉਹਨੂੰ ਕੋਈ ਇਹ ਨਹੀਂ ਕਹਿੰਦਾ ਕਿ ਫਲਾਣੇ ਸ਼ਹਿਰ ਦਾ ਪਾਣੀ ਹੈ, ਇਹ ਫਲਾਣੇ ਪਿੰਡ ਦੀ ਨਾਲੀ ਦਾ ਪਾਣੀ ਹੈ, ਇਹ ਉਸ ਨਹਿਰ ਦਾ ਜਲ ਹੈ, ਨਹੀਂ, ਸਾਰੇ ਉਹਨੂੰ ਗੰਗਾ ਦਾ ਰੂਪ ਕਰਕੇ ਸਤਿਕਾਰਦੇ ਨੇ। ਇਸੇ ਤਰ੍ਹਾਂ ਭਗਤ ਕਬੀਰ ਜੀ ਦੂਜੀ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ। ਕਹਿੰਦੇ ਜਿਵੇਂ ਤਾਂਬੇ ਨੇ ਪਾਰਸ ਦੀ ਛੋਹ ਪ੍ਰਾਪਤ ਕੀਤੀ, ਉਹੀ ਤਾਂਬਾ ਸੋਨਾ ਹੋ ਗਿਆ, ਸੋਨੇ ਦਾ ਰੂਪ ਧਾਰਨ ਕਰ ਗਿਆ ਕਿਉਂਕਿ ਉਹਨੂੰ ਪਾਰਸ ਦੀ ਸੰਗਤ ਪ੍ਰਾਪਤ ਹੋਈ। ਇਸੇ ਤਰ੍ਹਾਂ ਜੰਡ ਤੇ ਕਰੀ, ਉਹਨਾਂ ਨੇ ਜਦੋਂ ਚੰਦਨ ਦੀ ਸੰਗਤ ਕੀਤੀ ਤਾਂ ਖੁਸ਼ਬੂਦਾਰ ਹੋ ਗਏ। ਸੰਸਾਰ ਵਿੱਚ ਉਹਨਾਂ ਨੂੰ ਵੀ ਚੰਦਨ ਦੇ ਬਰਾਬਰ ਦਾ ਸਤਿਕਾਰ ਮਿਲ ਗਿਆ।
ਇਸੇ ਤਰ੍ਹਾਂ ਗੁਰੂ ਸਵਾਰਿਓ ਭਗਤ ਕਬੀਰ ਜੀ ਕਹਿੰਦੇ ਨੇ ਕਿ ਮੈਂ ਸੰਤਾਂ ਦੀ ਸੰਗਤ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ, ਨਾਮ ਰਸੀਆਂ ਦੀ ਸੰਗਤ ਕਰਕੇ ਰਾਮ ਦਾ ਰੂਪ ਹੋ ਗਿਆ। ਭਗਤ ਕਬੀਰ ਜੀ ਦੇ ਬਚਨ ਆਉਂਦੇ ਨੇ, ਗੰਗਾ ਕੇ ਸੰਗ ਸਰਤਾ ਬਿਗਰੀ, ਸੋ ਸਰਤਾ ਗੰਗਾ ਹੋਏ ਨਿਬਰੀ। ਪਾਰਸ ਕੇ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਕਹਿੰਦੇ ਕਬੀਰ ਸੰਤਾਂ ਦੀ ਸੰਗਤ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਵਿਗੜਿਆ। ਭਾਵ ਕਿ ਜਿਵੇਂ ਇੱਕ ਕੱਚੇ ਸੋਨੇ ਨੂੰ ਢਾਲ ਕੇ ਪੱਕਾ ਬਣਾਇਆ ਜਾਂਦਾ ਹੈ, ਕੱਚੇ ਲੋਹੇ ਨੂੰ ਢਾਲ ਕੇ ਉਹਦੇ ਸ਼ਸਤਰ ਬਣਾਏ ਜਾਂਦੇ ਨੇ, ਉਹਦਾ ਸੁਭਾਅ ਵਿਗੜਿਆ, ਭਾਵ ਕਿ ਉਹਨੂੰ ਬਦਲ ਦਿੱਤਾ। ਕਬੀਰ ਜੀ ਕਹਿੰਦੇ ਇਸੇ ਤਰ੍ਹਾਂ ਮੇਰਾ ਜਿਹੜਾ ਪਹਿਲਾ ਸੁਭਾਅ ਸੀ ਬਦਲ ਗਿਆ। ਮੈਂ ਹੁਣ ਪਰਮਾਤਮਾ ਦੇ ਨਾਮ ਦੇ ਰਸੀਆਂ, ਰੱਬ ਦਾ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਮੇਰਾ ਸੁਭਾਅ ਸੰਤਾਂ ਵਰਗਾ ਹੋ ਗਿਆ, ਮੈਂ ਰਾਮ ਦਾ ਰੂਪ ਹੋ ਗਿਆ। ਤਾਂ ਹੀ ਕਬੀਰ ਜੀ ਦੇ ਬਚਨ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋ ਨ ਸਕੇ ਪਛਾਨੀ। ਗੁਰੂ ਸਵਾਰਿਓ ਇਸੇ ਤਰ੍ਹਾਂ ਗੁਰਬਾਣੀ ਅੰਦਰ ਭਗਤ ਰਵਿਦਾਸ ਜੀ ਸਤ ਸੰਗਤ ਦੀ ਮਹਿਮਾ ਬਿਆਨ ਕਰਦੇ ਹਨ। ਕਹਿੰਦੇ ਅਸੀਂ ਤਾਂ ਏਰੰਡ ਵਰਗੇ ਹਾਂ, ਹੇ ਮੇਰੇ ਮਾਲਕ, ਹੇ ਪ੍ਰਮਾਤਮਾ, ਆਪ ਜੀ ਦੇ ਪਿਆਰਿਆਂ ਦੀ ਸੰਗਤ ਮਿਲੀ, ਉਹਨਾਂ ਦੀ ਸੰਗਤ ਮਿਲਣ ਦੇ ਨਾਲ ਅਸੀਂ ਚੰਦਨ ਵਰਗੇ ਹੋ ਗਏ। ਭਗਤ ਰਵਿਦਾਸ ਜੀ ਦੇ ਬਚਨ ਹਨ, ਤੁਮ ਚੰਦਨ ਹਮ ਏਰੰਡ ਵਾਪਰੇ, ਸੰਗ ਤੁਮਾਰੇ ਵਾਸਾ, नीच रूख ते ऊंच पए हैं, गंध सुगंध निवासा। माधो सतसंगत शरण तुम्हारी, हम अवगुण तुम उपकारी। तुम मखतूल सफेद सपीयल, हम बपरे जसकीरा। ते फिर अगे अखीर ते आके भगत रविदास जी समझाते ने, सत संगत मिल रही है माधो जैसे मधुप मखीरा। कहते असी सत संगत करके परमात्मा दे नाम नाल जुड़ गए, भगतां दी लाइन विच खड़े हो गए, भगत गिने गए। ਕਹਿੰਦੇ हे ਗੁਰੂ ਕੇ ਸਵਾਰਿਓ, हे ਦੁਨੀਆ ਦੇ ਲੋਗੋ, ਤੁਸੀਂ ਵੀ ਸਤ ਸੰਗਤ ਵਿੱਚ ਇਸ ਤਰ੍ਹਾਂ ਜੁੜੇ ਰਹੋ ਜਿਸ ਤਰ੍ਹਾਂ ਕਿ ਸ਼ਹਿਦ ਦੀ ਮੱਖੀ ਸ਼ਹਿਦ ਦੇ ਵਿੱਚ ਗਲਤਾਨ ਰਹਿੰਦੀ ਹੈ, ਸ਼ਹਿਦ ਦੇ ਵਿੱਚ ਮਸਤ ਰਹਿੰਦੀ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮੱਖੀਰਾ। ਸਤ ਸੰਗਤ 'ਤੇ ਜਿਨ੍ਹਾਂ ਦਾ ਵਿਸ਼ਵਾਸ ਬਣਿਆ, ਸਤ ਸੰਗਤ ਦੇ ਨਾਲ ਜਿਨ੍ਹਾਂ ਨੇ ਜੁੜਨਾ ਕੀਤਾ, ਗੁਰੂ ਸਵਾਰਿਓ ਇੱਕ ਇਤਿਹਾਸਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰੀਏ, ਜਿਹੜੀ ਕਿ ਅਸੀਂ ਕਈ ਚੁਰਾਂ ਤੋਂ ਸੁਣਦੇ ਆ ਰਹੇ ਹਾਂ। ਕਈ ਵਾਰੀ ਇਹ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ ਅਤੇ ਇਸ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਰੀ ਹੈ। ਕਹਿੰਦੇ ਇੱਕ ਰਾਜਾ, ਉਸ ਦੀ ਰਾਣੀ, ਉਹ ਰਾਣੀ ਬੜੀ ਭਗਤਣੀ, ਰੱਬ ਦਾ ਨਾਮ ਜਪਣ ਵਾਲੀ, ਸਤ ਸੰਗਤ ਕਰਨ ਵਾਲੀ। ਉਹਦਾ ਸੁਭਾਅ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਸਤਰ ਸਾਫ ਸੁਥਰੇ ਪਹਿਨ ਕੇ ਅਤੇ ਰੱਬ ਰੱਬ ਕਰਦਿਆਂ, ਵਾਹਿਗੁਰੂ ਵਾਹਿਗੁਰੂ ਕਰਦਿਆਂ ਸਤ ਸੰਗਤ ਵਿੱਚ ਜਾ ਜੁੜਨਾ। ਗੁਰੂ ਸਵਾਰਿਓ ਇੱਕ ਦਿਨ ਦਾ ਜ਼ਿਕਰ ਹੈ ਕਿ ਰਾਜਾ ਜਦੋਂ ਉੱਠਿਆ, ਉਹਨੇ ਵੇਖਿਆ ਨਾਲ ਦੇ ਪਲੰਗ 'ਤੇ ਸੁੱਤੀ ਰਾਣੀ ਕਿਤੇ ਨਜ਼ਰ ਨਹੀਂ ਆ ਰਹੀ। ਮਨ ਦੇ ਵਿੱਚ ਕਈ ਕਿਸਮ ਦੇ ਖਿਆਲ ਆਏ, ਪਤਾ ਨਹੀਂ ਰਾਣੀ ਕਿੱਧਰ ਚਲੀ ਗਈ, ਰਾਣੀ ਕਿੱਥੇ ਜਾਂਦੀ ਹੈ। ਉਸ ਰਾਜੇ ਦੇ ਮਨ ਵਿੱਚ ਅਨੇਕਾਂ ਕਿਸਮ ਦੇ ਖਿਆਲ ਆਏ। ਅਖੀਰ 'ਤੇ ਦੂਜੇ ਦਿਨ ਰਾਜੇ ਨੇ ਇਹ ਵਿਚਾਰ ਬਣਾਈ ਕਿ ਮੈਂ ਵੇਖਣਾ ਚਾਹੁੰਦਾ ਹਾਂ ਕਿ ਇਹ ਮੇਰੀ ਰਾਣੀ ਕਿੱਥੇ ਜਾਂਦੀ ਹੈ। ਦੂਜਾ ਦਿਨ ਹੋਇਆ, ਰਾਤ ਦਾ ਸਮਾਂ ਆਇਆ, ਰਾਣੀ ਆਪਣੇ ਸੁਭਾਅ ਅਨੁਸਾਰ, ਆਪਣੇ ਨਿਯਮ ਅਨੁਸਾਰ ਉੱਠੀ, ਅੰਮ੍ਰਿਤ ਵੇਲਾ ਜਾਣ ਕੇ ਇਸ਼ਨਾਨ ਕੀਤਾ, ਬਸਤਰ ਪਹਿਨੇ, ਗੁਰੂ ਗੁਰੂ ਜਪਦਿਆਂ ਜਾ ਕੇ ਸਤ ਸੰਗਤ ਵਿੱਚ ਪਹੁੰਚ ਗਈ। ਰਾਜਾ ਵੀ ਉਹਦੇ ਮਗਰ ਮਗਰ ਗਿਆ। ਕੀ ਵੇਖਿਆ ਰਾਜੇ ਨੇ, ਜਦੋਂ ਰਾਣੀ ਅੰਦਰ ਦਾਖਲ ਹੋਈ, ਉਹਨਾਂ ਰੱਬ ਦੇ ਪਿਆਰਿਆਂ ਦੇ ਵੀ ਜਾ ਕੇ ਬੈਠ ਗਈ ਅਤੇ ਰਾਜੇ ਨੇ ਉਸ ਰਾਣੀ ਦੀ ਇੱਕ ਖੜਾਉ, ਜਿਹੜੀ ਕਿ ਸੋਨੇ ਦੀ ਸੀ, ਖੜਾਉ ਲੈ ਕੇ ਆਪਣੇ ਘਰ ਆ ਗਿਆ ਕਿ ਆਉਂਦੇ ਸਾਰੀ ਪੁੱਛਾਂਗਾ, ਹੇ ਰਾਣੀ ਤੂੰ ਕਿੱਥੇ ਗਈ ਸੀ, ਲਿਆਓ ਖੜਾਉ ਕਿੱਥੇ ਰੱਖੀ ਆ, ਤੇਰੇ ਪੈਰਾਂ 'ਚ ਪੈਣ ਵਾਲੀ ਖੜਾਉ ਕਿੱਥੇ ਹੈ। ਗੁਰੂ ਸਵਾਰਿਓ ਇਸ ਘਟਨਾ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੇ ਰਾਹੀਂ ਸ਼ਿੰਗਾਰਿਆ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਸੁਖ ਰਾਜੇ ਹਰੀ ਚੰਦ, ਨਾਰ ਸੁਤਾਰਾ ਲੋਚਨ ਰਾਣੀ, ਸਾਰ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨੇ ਖੰਡ ਵਿਹਾਣੀ, ਰਾਣੀ ਦਿਸ ਨਾ ਆਵਈ, ਮਨ ਵਿੱਚ ਵਰਤ ਗਈ ਹੈ ਰਾਣੀ। ਹੋਰ ਤਰਾਤੀ ਜਾਗ ਕੇ ਚੱਲਿਆ ਪਿੱਛੇ ਤਰਲ ਜਵਾਣੀ। ਦੂਜੀ ਰਾਤ ਜਾਗਿਆ, ਰਾਣੀ ਦੇ ਮਗਰ ਮਗਰ ਹੋ ਤੁਰਿਆ, ਰਾਣੀ ਪਹੁੰਤੀ ਸੰਗਤੀ, ਰਾਜੇ ਖੜੀ ਖੜਾਉ ਨਿਸ਼ਾਨੀ। ਜਦੋਂ ਰਾਣੀ ਸਤ ਸੰਗਤ ਵਿੱਚ ਦਾਖਲ ਹੋਈ, ਰਾਜਾ ਉਸ ਦੀ ਖੜਾਮ ਲੈ ਕੇ ਚਲਾ ਗਿਆ। ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਮ ਪੁਰਾਣੀ। ਇੱਥੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਜਦੋਂ ਸਾਰੀ ਸੰਗਤ ਭੋਗ ਪਾ ਕੇ ਬਾਹਰ ਨਿਕਲੀ ਤੇ ਕੀ ਹੋਇਆ, ਰਾਣੀ ਨੇ ਵੇਖਿਆ ਮੇਰੀ ਖੜਾਉਂ ਦਾ ਇੱਕ ਪੈਰ ਨਹੀਂ ਲੱਭਦਾ।
ਉਹਨੇ ਸੰਗਤ ਵਿੱਚ ਕਿਹਾ, ਗੁਰੂ ਪਿਆਰਿਓ, ਰੱਬ ਦੇ ਪਿਆਰਿਓ, ਮੇਰੀ ਖੜਾਉ ਕਿਤੇ ਦਿਖਾਈ ਨਹੀਂ ਦੇ ਰਹੀ। ਸਾਰੇ ਹੈਰਾਨ ਹੋ ਗਏ, ਪਰ ਰਾਣੀ ਦਾ ਵਿਸ਼ਵਾਸ ਵੇਖੋ, ਰਾਣੀ ਦਾ ਉਸ ਸਤਸੰਗਤ ਦੇ ਪ੍ਰਤੀ ਉਸ ਦੇ ਮਨ ਦੀ ਭਾਵਨਾ ਵੇਖੋ। ਰਾਣੀ ਕਹਿਣ ਲੱਗੀ, ਆਓ, ਜਿਸ ਰੱਬ ਨੂੰ ਅਸੀਂ ਰੋਜ਼ ਧਿਆਉਂਦੇ ਹਾਂ, ਜਿਸ ਪ੍ਰਮਾਤਮਾ ਦੇ ਚਰਨਾਂ ਵਿੱਚ ਅਸੀਂ ਰੋਜ਼ ਜੁੜਦੇ ਹਾਂ, ਜਿਸ ਨਾਮ ਦਾ ਜਾਪ ਅਸੀਂ ਰੋਜ਼ ਜਪਦੇ ਹਾਂ, ਆਓ ਉਸ ਪ੍ਰਮਾਤਮਾ ਦੇ ਕੋਲ ਹੀ ਬੇਨਤੀ ਕਰੀਏ, ਉਹ ਸਾਡੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੇਗਾ। ਕੀ ਹੋਇਆ? ਸਾਰ ਸੰਗਤ ਆਰਾਧਿਆ, ਜੋੜੀ ਜੁੜੀ ਖਰਾਮ ਪੁਰਾਣੀ। ਜਦੋਂ ਸਤ ਸੰਗਤ ਨੇ ਆਰਾਧਿਆ, ਗੁਰੂ ਕੇ ਪਿਆਰਿਆਂ ਨੇ ਅਰਦਾਸ ਕੀਤੀ ਤੇ ਉਹ ਖੜਾਮ ਜੁੜ ਗਈ। ਖੜਾਮ ਲੈ ਕੇ ਰਾਣੀ ਘਰੇ ਪਹੁੰਚੀ। ਰਾਜਾ ਹੁਣ ਉਡੀਕ ਦੇ ਵਿੱਚ ਹੈ, ਰਾਣੀ ਤੋਂ ਪੁੱਛਾਂਗਾ ਖੜਾਉ ਕਿੱਥੇ ਹੈ। ਜਦੋਂ ਰਾਜੇ ਨੇ ਪੈਰਾਂ ਵਿੱਚ ਪਈ ਖੜਾਉ ਵੇਖੀ, ਰਾਜੇ ਡਿੱਠਾ ਚਲਤ ਇਹ ਖੜਾਉ ਹੈ ਚੋਜ ਵਿਡਾਣੀ। ਰਾਜਾ ਹੈਰਾਨ ਹੋ ਗਿਆ। ਉਹਨੇ ਉਹ ਖੜਾਉ ਵੀ ਜਾ ਕੇ ਵੇਖੀ ਜਿਹੜੀ ਉਹ ਚੱਕ ਕੇ ਲਿਆਇਆ ਸੀ ਸਤ ਸੰਗਤ ਦੇ ਵਿੱਚੋਂ, ਬਾਹਰੋਂ ਜਿਹੜੀ ਖੜਾਉ ਲੈ ਕੇ ਆਇਆ ਸੀ। ਉਹਨੇ ਵੇਖਿਆ ਉਹ ਖੜਾਉ ਵੀ ਉੱਥੇ ਪਈ ਹੋਈ ਹੈ, ਰਾਣੀ ਦੇ ਪੈਰਾਂ ਵਿੱਚ ਵੀ ਖੜਾਉ ਪਈ ਹੋਈ ਹੈ। ਖੜਾਉ ਵੇਖ ਕੇ ਬੜਾ ਹੈਰਾਨ ਹੋਇਆ। ਉਹਨੇ ਸਾਰੀ ਗੱਲ ਰਾਣੀ ਤੋਂ ਪੁੱਛੀ। ਜਦੋਂ ਰਾਣੀ ਨੇ ਦੱਸਿਆ ਕਿ ਮੈਂ ਪ੍ਰਮਾਤਮਾ ਦਾ ਨਾਮ ਜਪਦੀ ਹਾਂ, ਸਾਰੀ ਸੰਗਤ ਨੇ ਆਰਾਧਿਆ, ਮੇਰੀ ਤਾਂ ਖੜਾਮ ਗਵਾਚ ਗਈ ਸੀ, ਪਰ ਜਦੋਂ ਅਰਦਾਸ ਹੋਈ ਤੇ ਪ੍ਰਮਾਤਮਾ ਨੇ ਇਹ ਕੌਤਕ ਰਚਿਆ। ਗੁਰੂ ਸਵਾਰਿਓ, ਭਾਈ ਸਾਹਿਬ ਜੀ ਨੇ ਬਚਨ ਕੀਤੇ, ਰਾਜੇ ਡਿੱਠਾ ਚਲਤ ਇਹ ਖੜਾਉ ਹੈ ਚੋਜ ਵਿਡਾਣੀ। ਜਦੋਂ ਰਾਜੇ ਨੇ ਵੇਖਿਆ ਤੇ ਚੋਜ ਤਮਾਸ਼ੇ ਵਾਲੀ ਖੜਾਉ ਹੈ, ਇਹ ਤਾਂ ਉਸ ਪ੍ਰਮਾਤਮਾ ਦੀ ਕੁਦਰਤ ਹੈ। ਤਾਂ ਫਿਰ ਰਾਜਾ ਵੀ ਕਹਿ ਉਠਿਆ, ਸਾਧ ਸੰਗਤ ਵਿਟੋਂ ਕੁਰਬਾਨੀ। ਮੈਂ ਵੀ ਇਹੋ ਸਾਧ ਸੰਗਤ ਤੋਂ ਕੁਰਬਾਨ ਜਾਂਦਾ ਹਾਂ, ਇਹੋ ਜੀ ਸੰਗਤ ਤੋਂ ਬਲਿਹਾਰ ਜਾਂਦਾ, ਜਿਸ ਦੇ ਵਿੱਚ ਪ੍ਰਮਾਤਮਾ ਨੇ ਇਤਨੀ ਰਹਿਮਤ ਬਖਸ਼ੀ ਹੈ, ਸ਼ਕਤੀ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੀ ਗੱਲ ਕਰਦੇ ਹਾਂ। ਸਤਿਗੁਰੂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਨੇ, ਕਹਿੰਦੇ ਕਿ ਸਤ ਸੰਗਤ ਐਵੇਂ ਨਹੀਂ ਪ੍ਰਾਪਤ ਹੁੰਦੀ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਕਹਿੰਦੇ ਸਤ ਸੰਗਤ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਿਹੜੇ ਵੱਡਿਆਂ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਅੰਦਰ ਦੇ ਭਾਗ ਜਾਗੇ, ਉਹਨਾਂ ਨੂੰ ਹੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਵਾਰਿਓ, ਆਪਾਂ ਅੱਜ ਦੇ ਸਮੇਂ ਦੀ ਵਿਚਾਰ ਕਰੀਏ, ਜਿੱਥੇ ਸਤਿਗੁਰਾਂ ਨੇ ਸਤ ਸੰਗੀਆਂ ਨੂੰ ਵੱਡ ਭਾਗੀ ਕਿਹਾ ਹੈ, ਜਿੱਥੇ ਉਹਨਾਂ ਦਾ ਅਧਿਆਤਮਿਕ ਤੌਰ 'ਤੇ ਸੰਸਾਰ ਵਿੱਚ ਬੜਾ ਸਤਿਕਾਰ ਹੈ, ਦੁਨੀਆ ਵਿੱਚ ਬੜਾ ਸਤਿਕਾਰ ਹੈ, ਪਰ ਉੱਥੇ ਕਈ ਮਨਮੁਖ ਲੋਕਾਂ, ਕਈ ਕੁਕਰਮੀਆਂ ਨੇ ਉਹਨਾਂ ਦਾ ਨਾਮ ਕੁਰਾਈਏ ਪਾ ਦਿੱਤਾ, ਉਹਨਾਂ ਨੂੰ ਕੰਬਲੇ ਕਿਹਾ ਹੈ, ਉਹਨਾਂ ਨੂੰ ਬਾਵਰੇ ਤੇ ਦੀਵਾਨੇ ਕਹਿ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਚਨ ਕੀਤੇ, ਕਹਿਣ ਲੱਗੇ, ਦੁਨੀਆ ਦੇ ਕਈ ਲੋਕਾਂ ਨੇ ਸਾਨੂੰ ਨਾਮ ਦਿੱਤਾ। ਕੋਈ ਆਖੇ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ, ਹੋਂ ਹਰ ਬਿਨ ਔਰ ਨਾ ਜਾਣਾ। ਕਬੀਰ ਜੀ ਨੇ ਬਚਨ ਕੀਤੇ, ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਣੀ। ਕਹਿੰਦੇ ਮੈਨੂੰ ਬਉਰਾ ਕਹਿ ਦਿੱਤਾ, ਮੈਨੂੰ ਬਾਵਰਾ ਕਹਿ ਦਿੱਤਾ, ਮੈਨੂੰ ਕਮਲਾ ਕਹਿ ਦਿੱਤਾ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਪੁੱਛੀਏ ਕਿ ਸਤ ਸੰਗਤ ਕਰਨ ਵਾਲਿਆਂ ਨੂੰ, ਰੱਬ ਦਾ ਨਾਮ ਜਪਣ ਵਾਲਿਆਂ ਨੂੰ, ਸੱਚ ਬੋਲਣ ਵਾਲਿਆਂ ਨੂੰ, ਸੱਚੀ ਸੁੱਚੀ ਕਿਰਤ ਕਰਨ ਵਾਲਿਆਂ ਨੂੰ, ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨ ਵਾਲਿਆਂ ਨੂੰ ਲੋਕ ਕਿਉਂ ਰੋਕਦੇ ਨੇ? ਉਹਨਾਂ ਨੂੰ ਕਿਉਂ ਕਸ਼ਟ ਆਉਂਦੇ ਨੇ? ਕਿਉਂ ਲੋਕ ਉਹਨਾਂ ਨੂੰ ਇਹੋ ਜਿਹੇ ਨਾਮਾਂ ਦੇ ਨਾਲ ਪੁਕਾਰਦੇ ਨੇ? ਜਿਹੜੇ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਲੋਕ ਕਿਉਂ ਦੁਖੀ ਕਰਦੇ ਨੇ? ਉਹਨਾਂ ਨੂੰ ਦੁੱਖ ਦੇਣ ਦੇ ਯਤਨ ਕਿਉਂ ਕਰਦੇ ਨੇ? ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ, ਵੇਖੋ, ਅਸੀਂ ਜਦੋਂ ਇੱਕ ਗਊ ਦੇ ਕੋਲ ਜਾਂਦੇ ਹਾਂ, ਉਹਨੂੰ ਦੁੱਧ ਪ੍ਰਾਪਤ ਕਰਦੇ ਹਾਂ, ਦੁੱਧ ਲੈ ਕੇ ਉਸ ਦੁੱਧ ਨੂੰ ਕਾੜਦੇ ਹਾਂ, ਦੁੱਧ ਕਾੜ ਕੇ ਉਹਦਾ ਖੋਇਆ ਮਾਰਿਆ ਜਾਂਦਾ ਹੈ, ਤੇ ਫਿਰ ਉਹੀ ਖੋਇਆ, ਉਸ ਤੋਂ ਫਿਰ ਕਈ ਕਿਸਮ ਦੇ ਮਿਸ਼ਟਾਨ ਪਦਾਰਥ, ਮਿੱਠੇ ਪਦਾਰਥ ਬਣਦੇ ਨੇ। ਪਰ ਕਹਿੰਦੇ ਵੇਖੋ, ਜੇ ਉਹ ਦੁੱਧ ਕਾੜਿਆ ਨਾ ਜਾਏ, ਜੇ ਉਹ ਅਗਨ ਤੇ ਪਹਿਲੇ ਸੜੇ ਨਾ, ਉਹਦਾ ਖੋਇਆ ਨਾ ਮਾਰਿਆ ਜਾਏ, ਤੇ ਉਹ ਮਿੱਠਾ ਪਦਾਰਥ ਨਹੀਂ ਬਣਦਾ। ਦੂਜੀ ਉਦਾਹਰਨਾਂ ਦਿੰਦੇ, ਕਹਿੰਦੇ ਇਸੇ ਤਰ੍ਹਾਂ ਜਿਵੇਂ ਕਿ ਗੰਨਾ ਹੈ, ਹੁਣ ਗੰਨੇ ਦੇ ਵਿੱਚ ਰਸ ਹੈ, ਸਭ ਤੋਂ ਪਹਿਲਾਂ ਜ਼ਿਮੀਂਦਾਰ ਨੇ ਉਹਨੂੰ ਕੱਟ ਕੇ ਉਹਦੇ ਟੁਕੜੇ ਕੀਤੇ, ਟੁਕੜੇ ਕਰਕੇ ਉਹਨੂੰ ਪੀੜਿਆ ਗਿਆ ਕੋਲੂ ਦੇ ਵਿੱਚ। ਇੱਥੇ ਹੀ ਬਸ ਨਹੀਂ, ਫਿਰ ਉਹਨੂੰ ਕੜਾਈ ਦੇ ਵਿੱਚ ਪਾ ਕੇ ਹੇਠਾਂ ਅਗਨ ਜਲਾ ਕੇ ਤੇ ਉਹਨੂੰ ਕਾੜ ਕੇ ਤੇ ਫਿਰ ਉਹਦਾ ਗੁੜ ਬਣਿਆ, ਉਹਦੀ ਖੰਡ ਬਣੀ, ਉਹਦੀ ਮਿਸ਼ਰੀ ਬਣੀ, ਤੇ ਉਹਦੇ ਅੰਦਰ ਮਿਠਾਸ ਆਈ। ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਸਵਾਰਿਓ, ਜਦੋਂ ਰੱਬ ਦੇ ਪਿਆਰੇ ਸਤ ਸੰਗਤ ਵਿੱਚ ਜੁੜਦੇ ਨੇ, ਸੰਸਾਰੀ ਮਨੁੱਖ ਸਤ ਸੰਗਤ ਵਿੱਚ ਜੁੜਦਾ ਹੈ ਤੇ ਸਤ ਸੰਗਤ ਦੇ ਗੁਣ ਪ੍ਰਾਪਤ ਕਰਕੇ ਉਹ ਪਰਉਪਕਾਰੀ ਜੀਵਨ ਬਤੀਤ ਕਰਦਾ ਹੈ। ਉਹਦਾ ਸੰਸਾਰ ਵੀ ਸਤਿਕਾਰ ਬਣਦਾ ਹੈ, ਉਹ ਵੀ ਮਿੱਠੇ ਸੁਭਾਅ ਵਾਲਾ ਬਣ ਜਾਂਦਾ ਹੈ। ਪਰ ਉਹਨੂੰ ਪਹਿਲੇ ਕਸ਼ਟਾਂ ਤੋਂ ਤੁਰਨਾ ਪੈਂਦਾ ਹੈ, ਉਹਨੂੰ ਇਹਨਾਂ ਔਖੜ ਘਾਟੀਆਂ ਚੋਂ ਲੰਘਣਾ ਪੈਂਦਾ ਹੈ।
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਕਹਿੰਦੇ ਜੈਸੇ ਗੋ ਬੰਸ ਤ੍ਰਿਣ ਪਾਏ ਦੁਹੈ, ਗੋਰਸ ਦੈ ਗੋਰਸ ਉਟਾਏ, ਦੁੱਧ ਮਾਖਨ ਪ੍ਰਕਾਸ਼ ਹੈ। ਕਹਿੰਦੇ ਇਸੇ ਤਰ੍ਹਾਂ ਊਖ ਮੈਂ ਪਯੂਖ ਤਨ ਖੰਡ ਖੰਡ ਕੇ ਪਰਾਏ, ਰਸ ਕੋ ਉਟਾਏ ਖੰਡ ਮਿਸ਼ਰੀ ਮਿਠਾਸ ਹੈ। ਚੰਦਨ ਸੁਗੰਧ ਸੁਬੰਧ ਕਹਿ ਬਨਾਸਪਤੀ, ਟਾਕੋ ਪਲਾਸ ਜੈਸੇ ਤੋ ਸੁਬਾਸ ਹੈ। ਕਹਿੰਦੇ ਸਾਧ ਸੰਗ ਮਿਲਤ ਸਾਰ ਸੰਗ ਮਿਲਤ ਸੰਸਾਰੀ ਨਿਰੰਕਾਰੀ ਹੋਤ, ਗੁਰਮਤਿ ਪਾਰ ਉਪਕਾਰ ਕੋ ਨਿਵਾਸ ਹੈ। ਕਹਿੰਦੇ ਇਸੇ ਤਰ੍ਹਾਂ ਇੱਕ ਬੰਦਾ ਇੱਕ ਸੰਸਾਰੀ ਜਦੋਂ ਨਿਰੰਕਾਰ ਦੀ ਸੰਗਤ ਕਰਦਾ ਹੈ, ਸਤ ਸੰਗੀਆਂ ਦੀ ਸੰਗਤ ਕਰਦਾ ਹੈ, ਉਹਦੇ ਅੰਦਰ ਗੁਰਮਤਿ ਦਾ ਪ੍ਰਕਾਸ਼ ਹੋ ਜਾਂਦਾ ਹੈ, ਪਰ ਉਪਕਾਰ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੁਰੂ ਸਵਾਰਿਓ ਇਸੇ ਤਰ੍ਹਾਂ ਪੰਚਮ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਕਿ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਸਤਿਗੁਰੂ ਜੀ ਤਾਂ ਇੱਥੋਂ ਤੱਕ ਬਚਨ ਕਰਦੇ ਨੇ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਔਰਾ ਨਾਮ ਜਪਾਵੈ। ਜਿਹੜੇ ਆਪ ਜਪਦੇ ਨੇ ਹੋਰਨਾਂ ਨੂੰ ਨਾਮ ਜਪਾਉਂਦੇ ਨੇ, ਸਤ ਸੰਗਤ ਕਰਦੇ ਨੇ, ਸਤ ਸੰਗਤ ਨਾਲ ਜੋੜਦੇ ਨੇ, ਪਾਤਸ਼ਾਹ ਬਚਨ ਕਰਦੇ ਨੇ ਕਿ ਜੇ ਉਹਨਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਏ ਤਾਂ ਜੀਵਨ ਧਨ ਹੋ ਜਾਏਗਾ। ਗੁਰੂ ਸਵਾਰਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਰਾਹੀਂ ਉਪਦੇਸ਼ ਕੀਤਾ। ਕਹਿਣ ਲੱਗੇ, ਹੇ ਮੇਰੇ ਮਾਲਕ, ਹੇ ਸੱਚੇ ਪਾਤਸ਼ਾਹ, ਮੇਰੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਕਹਿੰਦੇ ਮੇਰੇ ਸਰੀਰ, ਮੇਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਮੇਰੀ ਸਿਰ ਦੀ ਚੋਟੀ ਤੱਕ ਮੇਰਾ ਜਿਤਨਾ ਵੀ ਸਰੀਰ ਹੈ, ਜੇ ਆਪ ਜੀ ਇਹਦੇ ਟੁਕੜੇ ਟੁਕੜੇ ਕਰਕੇ, ਇਸ ਦੇ ਟੁਕੜੇ ਟੁਕੜੇ ਕਰਕੇ ਗੁਰਸਿੱਖਾਂ ਤੋਂ ਵਾਰ ਦਈਏ, ਕਹਿੰਦੇ ਮੈਂ ਆਪਣੇ ਜੀਵਨ ਨੂੰ ਧਨ ਸਮਝਾਂਗਾ। ਇੱਥੇ ਹੀ ਬਸ ਨਹੀਂ, ਕਹਿੰਦੇ ਹੈ ਸੱਚੇ ਪਾਤਸ਼ਾਹ, ਜੇ ਉਹਨਾਂ ਟੁਕੜਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਅਗਨ ਵਿੱਚ ਸਾੜ ਦਿੱਤਾ ਜਾਏ, ਫਿਰ ਉਸ ਅਗਨ ਦੇ ਸਾੜਨ ਦੇ ਨਾਲ ਜਿਹੜੀ ਉਹ ਸਵਾਹ ਬਣੇਗੀ ਮੇਰੇ ਸਰੀਰ ਦੀਆਂ, ਜਿਹੜਾ ਉਹ ਮਾਸ ਤੇ ਹੱਡੀਆਂ ਨੇ, ਜਦੋਂ ਉਹਨਾਂ ਦੀ ਸਵਾਹ ਬਣ ਗਈ, ਜੇ ਕੋਈ ਹੱਡੀ ਥੋੜੀ ਬਹੁਤੀ ਸਾਬਤ ਰਹਿ ਗਈ, ਕਹਿਣ ਲੱਗੇ ਭਾਈ ਗੁਰਦਾਸ ਜੀ ਕਿ ਉਹਨਾਂ ਹੱਡੀਆਂ ਨੂੰ ਫਿਰ ਪੀਸਿਆ ਜਾਏ, ਚੱਕੀ ਵਿੱਚ ਪੀਸ ਕੇ ਤੇ ਉਹਨਾਂ ਨੂੰ ਇਤਨਾ ਬਰੀਕ ਕੀਤਾ ਜਾਏ। ਕਹਿੰਦੇ ਫਿਰ ਉਹਦੀ ਇਤਨੀ ਬਰੀਕ ਸਵਾਹ ਬਣਾ ਕੇ ਮੈਂ ਹਵਾ ਰਾਣੀ ਨੂੰ ਬੇਨਤੀ ਕਰਦਾ ਕਿ ਹਵਾ ਰਾਣੀ ਆ, ਤੂੰ ਉੱਡ ਕੇ ਆ, ਬੜੀ ਤੇਜ਼ੀ ਦੇ ਨਾਲ ਵਗ ਤੇ ਮੇਰੇ ਸਰੀਰ ਦੀ ਸਵਾਹ ਨੂੰ ਉਡਾ ਕੇ ਲੈ ਜਾ। ਕਿੱਥੇ ਲੈ ਜਾ? ਅੱਗੇ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਕਿ ਹਵਾ ਰਾਣੀ, ਇਹ ਮੇਰੇ ਸਰੀਰ ਦੀ ਉਹ ਸਵਾਹ ਉਹਨਾਂ ਮਾਰਗਾਂ ਦੇ ਜਾ ਤੇ ਬਖੇਰ ਦੇ, ਉਹਨਾਂ ਰਸਤਿਆਂ ਦੇ ਵਿੱਚ ਜਾ ਕੇ ਬਖੇਰ, ਉਹਨਾਂ ਰਸਤਿਆਂ ਦੇ ਵਿੱਚ ਜਾ ਕੇ ਸਿੱਟ ਦੇ, ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਰੱਬ ਦੇ ਪਿਆਰੇ ਸਤ ਸੰਗਤ ਵੱਲ ਆਉਂਦੇ ਨੇ, ਗੁਰੂਦੁਆਰੇ ਵੱਲ ਆਉਂਦੇ ਨੇ, ਗੁਰੂ ਘਰ ਵਿੱਚ ਆ ਕੇ ਰੱਬ ਰੱਬ ਕਰਨ, ਨਾਮ ਜਪਣ ਤੇ ਸਤ ਸੰਗਤ ਕਰਨ ਆਉਂਦੇ ਨੇ, ਉਹਨਾਂ ਰਸਤਿਆਂ ਦੇ ਵਿੱਚ ਇਸ ਸਰੀਰ ਦੀ ਖੇ ਨੂੰ, ਇਹ ਸਰੀਰ ਦੀ ਸੁਆਹ ਨੂੰ ਬਖੇਰ ਦੇ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਜੇ ਐਸਾ ਹੋਵੇ, ਹੇ ਮੇਰੇ ਪਾਤਸ਼ਾਹ ਸਤਿਗੁਰੂ ਜੀ, ਮੈਂ ਸਮਝਾਂਗਾ ਕਿ ਮੇਰਾ ਜੀਵਨ ਧਨ ਹੋ ਗਿਆ, ਮੈਂ ਪਤ ਦਾ ਵੀ ਉਧਾਰ ਹੋ ਗਿਆ। ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਕਹਿੰਦੇ ਨੱਕ ਸਿਸ ਲਾਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੈ ਚਰਨ ਪਰ ਵਾਰੀਐ, ਅਗਨ ਜਲਾਏ ਥੁਨ ਪੀਸਨ ਪਿਸਾਏ, ਤਾਹੇ ਲੈ ਉੱਡੈ ਪਵਨ ਹੋਏ ਅਨਕ ਪ੍ਰਕਾਰੀਐ, ਜਤ ਕਤ ਸਿੱਖ ਪਗ ਧਰੈ ਗੁਰ ਪ੍ਰੰਤ ਪਾਤ, ਤਾਹੇ ਤਾਹੇ ਮਾਰਗ ਪੈ ਭਸਮ ਕੋ ਡਾਰੀਐ। ਕਹਿੰਦੇ ਤਹਿ ਪਦ ਪਾਦਕ ਲਿਵ ਲਾਗੀ ਰਹੈ, ਦਇਆ ਕੇ ਦਿਆਲ ਮੋਹਿ ਪਤ ਦੁਦਾਰੀਐ। ਕਹਿੰਦੇ ਜੇ ਐਸਾ ਹੋ ਜਾਏ, ਹੇ ਦਇਆ ਦੇ ਦਿਆਲ ਮੇਰੇ ਮਾਲਕ ਜੀਓ, ਮੈਂ ਪਤ ਦਾ ਉਧਾਰ ਹੋ ਜਾਏਗਾ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਏਗੀ। ਗੁਰੂ ਸਵਾਰਿਓ, ਹੁਣ ਜਿਹੜੇ ਸਤ ਸੰਗਤ ਵਿੱਚ ਆਉਂਦੇ ਨੇ, ਇਹ ਜ਼ਰੂਰੀ ਨਹੀਂ ਕਿ ਜਿਹੜੇ ਸਤ ਸੰਗਤ ਵਿੱਚ ਆਉਂਦੇ ਨੇ ਉਹਨਾਂ ਵਿੱਚੋਂ ਸਾਰੇ ਹੀ ਰੱਬ ਦੀ ਦਰਗਾਹ ਵਿੱਚ ਅੱਪੜ ਜਾਂਦੇ ਨੇ। ਕਈਆਂ ਦਾ ਤੇ ਸੁਭਾਅ ਇਹ ਹੁੰਦਾ ਹੈ, ਕਈ ਤਾਂ ਆਉਂਦੇ ਨੇ ਕਿ ਆਪਾਂ ਪ੍ਰਮਾਤਮਾ ਨੂੰ ਮਿਲਣਾ ਹੈ, ਆਪਾਂ ਨੇ ਇਸ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰਨਾ ਹੈ, ਕਿਉਂਕਿ ਉਹ ਇਹਨਾਂ ਅੰਮ੍ਰਿਤ ਬਚਨਾਂ 'ਤੇ ਪਹਿਰਾ ਦਿੰਦੇ ਨੇ। ਜਿਹੜੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਬਚਨ ਕੀਤੇ, ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਔਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਇਹਨਾਂ ਬਚਨਾਂ 'ਤੇ ਪਹਿਰਾ ਦਿੰਦੇ ਨੇ ਕਿ ਇਹ ਬੰਦੇ, ਬਾਕੀ ਦੁਨੀਆਵੀ ਜਿਤਨੇ ਵੀ ਤੂੰ ਕੰਮ ਕਰਦਾ ਹੈ, ਉਸ ਮਾਲਕ ਦੀ ਦਰਗਾਹ ਵਿੱਚੋਂ ਪ੍ਰਵਾਨ ਨਹੀਂ, ਉਸ ਮਾਲਕ ਦੀ ਦਰਗਾਹ ਵਿੱਚੋਂ ਪ੍ਰਵਾਨ ਹੈ ਜਿਹੜਾ ਸਮਾਂ ਸਤ ਸੰਗਤ ਵਿੱਚ ਬਿਤਾਇਆ, ਜਿਨ੍ਹਾਂ ਨਾਮ ਰਸੀਆਂ ਦੇ ਨਾਲ ਮਿਲ ਕੇ ਬਿਤਾਇਆ ਹੈ। ਇਸੇ ਤਰ੍ਹਾਂ ਜਦੋਂ ਗੁਰਮੁਖ ਜਨ ਸੰਗਤ ਕਰਨ ਆਉਂਦੇ ਨੇ ਤੇ ਉਹ ਤੇ ਕੇਵਲ ਉਸ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਨੇ, ਉਹਦੇ ਨਾਮ ਨਾਲ ਜੁੜਨਾ ਚਾਹੁੰਦੇ ਨੇ। ਪਰ ਕਈ ਐਸੇ ਵੀ ਆਉਂਦੇ ਨੇ ਜਿਹੜੇ ਆ ਕੇ ਗੁਰੂ ਘਰ ਦੇ ਵਿੱਚ ਵੀ ਵੇਖਦੇ ਨੇ ਕਿ ਕਿੱਥੇ ਕਿਹੜੀ ਚੀਜ਼ ਪਈ ਹੈ, ਕਿੱਥੋਂ ਆਪਾਂ ਜੋੜੇ ਚੱਕ ਕੇ ਲੈ ਜਾਈਏ, ਕਿੱਥੋਂ ਆਪਾਂ ਊਣਤਾਈ ਵੇਖੀਏ ਕਿਸੇ ਸੇਵਾਦਾਰ ਦੇ ਵਿੱਚ, ਕਿਸੇ ਨਾਮ ਜਪਣ ਵਾਲੇ ਦੇ ਵਿੱਚ, ਤੇ ਉਹਨਾਂ ਦੀ ਹੀ ਨਿੰਦਿਆ ਕਰਨੀ। ਗੁਰੂ ਸਵਾਰਿਓ,
ਤਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਆਉਂਦੇ ਤਾਂ ਗੁਰੂ ਦਰਬਾਰ ਵਿੱਚ ਬਹੁਤ ਸਾਰੇ ਨੇ, ਪਰ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਓ। ਕਹਿੰਦੇ ਗੁਰਮੁਖ ਲਾਹਾ ਲੈ ਕੇ ਚਲੇ ਗਏ, ਮਨਮੁਖ ਜਨ ਸਾਖਤ ਜਨ ਆਪਣਾ ਮੂਲ ਗਵਾ ਕੇ ਚਲੇ ਗਏ। ਕਿਉਂਕਿ ਸਾਖਤ ਦਾ ਸੁਭਾਵ ਹੈ, ਮਨਮੁਖ ਦਾ ਸੁਭਾਵ ਹੈ, ਵੇਮੁਖ ਦਾ ਸੁਭਾਵ ਹੈ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਪਾਤਸ਼ਾਹ ਜੀ ਬਚਨ ਕਰਦੇ ਨੇ, ਸਾਖਤ ਕੀ ਐਸੀ ਹੈ ਰੀਤ, ਜੋ ਕਿਛ ਕਰੇ ਸੋ ਸਗਲ ਵਿਪਰੀਤ। ਕਹਿੰਦੇ ਸਾਖਤ ਦੀ ਰੀਤ ਹੀ ਐਸੀ ਹੈ ਕਿ ਉਹ ਜੋ ਕੁਝ ਕਰਦਾ ਹੈ ਉਹ ਵਿਪਰੀਤ ਕਰਦਾ ਹੈ, ਚਾਹੇ ਉਹ ਸਤ ਸੰਗਤ ਵਿੱਚ ਵੀ ਚਲਾ ਜਾਏ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਇੱਕ ਉਦਾਹਰਣ ਇਹੋ ਜਿਹੀ ਦਿੱਤੀ ਹੈ, ਕਹਿਣ ਲੱਗੇ ਜਿਵੇਂ ਕਿ ਜੰਗਲ ਹੈ, ਉਸ ਜੰਗਲ ਦੇ ਵਿੱਚ ਅਨੇਕਾਂ ਰੁੱਖ ਨੇ। ਕਹਿੰਦੇ ਹੁਣ ਉੱਥੇ ਚੰਦਨ ਦਾ ਰੁੱਖ ਵੀ ਹੈ। ਕਹਿੰਦੇ ਚੰਦਨ ਦੇ ਰੁੱਖ ਦੇ ਕੋਲ ਖੜੇ ਇਰੰਡ ਦਾ ਰੁੱਖ ਵੀ ਹੈ, ਜੰਡ ਕਰੀਰ ਵੀ ਹੈ, ਪਰ ਗੁਰੂ ਸਵਾਰਿਓ ਨਾਲ ਹੀ ਇੱਕ ਬਾਂਸ ਵੀ ਖੜਾ ਹੈ। ਹੁਣ ਨਿੰਮ ਵਰਖੇ ਤੋਂ ਤਾਂ ਖੁਸ਼ਬੂ ਆਉਣ ਲੱਗ ਪੈਂਦੀ ਹੈ, ਕਰੀਰ ਵਰਗੇ ਤੋਂ, ਜੰਡ ਵਰਗੇ ਤੋਂ ਤਾਂ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ, ਪਰ ਸਾਹਮਣੇ ਖੜਾ ਅਹੰਕਾਰੀ ਉਹ ਜਿਹੜਾ ਬਾਂਸ ਹੈ ਉਹਦੇ ਕੋਲੋਂ ਖੁਸ਼ਬੂ ਨਹੀਂ ਆਉਂਦੀ, ਕਿਉਂਕਿ ਉਸ ਦੇ ਅੰਦਰ ਦਾ ਅਹੰਕਾਰ ਉਹਨੂੰ ਉਹ ਅਹੰਕਾਰ ਨਹੀਂ ਤਿਆਗਣ ਦਿੰਦਾ। ਉਹਨੂੰ ਇਹ ਅਹੰਕਾਰ ਹੈ, ਮੈਂ ਉੱਚਾ ਹਾਂ, ਮੈਂ ਵੱਡਾ ਹਾਂ, ਮੈਂ ਲੰਬਾ ਹਾਂ। ਗੁਰੂ ਸਵਾਰਿਓ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਉਦਾਹਰਨਾਂ ਦੇ ਕੇ ਸਮਝਾਇਆ, ਕਹਿਣ ਲੱਗੇ ਇਸੇ ਤਰ੍ਹਾਂ ਕੋਈ ਬਾਂਸ ਵਰਗਾ ਹੰਕਾਰੀ ਜੇ ਸਤ ਸੰਗਤ ਵਿੱਚ ਵੀ ਆ ਜਾਏ ਤੇ ਉਹ ਅੱਗੇ ਸਤ ਸੰਗਤ ਦੇ ਵਿੱਚੋਂ ਸ਼ੁਭ ਗੁਣਾਂ ਦਾ ਧਾਰਨੀ ਨਹੀਂ ਬਣਦਾ, ਇੱਥੋਂ ਚੰਗੀ ਸਹਬਤ ਨਹੀਂ ਪ੍ਰਾਪਤ ਕਰਦਾ, ਇੱਥੋਂ ਚੰਗੇ ਗੁਣ ਪ੍ਰਾਪਤ ਨਹੀਂ ਕਰਦਾ। ਸਤਿਗੁਰਾਂ ਨੇ ਆਪਣੀ ਪਵਿੱਤਰ ਬਾਣੀ ਗਾਥਾ ਬਾਣੀ ਵਿੱਚ ਬਚਨ ਕੀਤੇ, ਮਲਿਆਗਰ ਸੰਗੈਣ ਨਿੰਮ ਬਿਰਖ ਸੇ ਚੰਦਨੇ। ਕਹਿੰਦੇ ਮਲਿਆਗਰ ਭਾਵ ਚੰਦਨ ਦਾ ਸੰਗਤ ਕਰਕੇ, ਚੰਦਨ ਦੇ ਸੰਗ ਵਿੱਚ ਰਹਿ ਕੇ ਨਿੰਮ ਬਿਰਖ ਸੇ ਚੰਦਨੇ। ਕਹਿੰਦੇ ਉਹ ਨਿੰਮ ਵਰਗੇ ਬਿਰਖ ਜਿਹੜੇ ਨੇ ਚੰਦਨ ਵਰਗੇ ਹੋ ਗਏ। ਨਿਕਟ ਬਸੰਤੋ ਬਾਂਸੋ ਨਾਨਕ ਅਹੰਗ ਬੁੱਧ ਨਾ ਬਹੁਤੇ, ਪਰ ਨਿਕਟ ਰਹਿੰਦਾ ਬਾਂਸ ਕਹਿੰਦਾ ਉਹਦੇ ਅੰਦਰ ਦਾ ਅਹੰਕਾਰ ਜਿਹੜਾ ਹੈ ਉਹਨੂੰ ਉਸ ਚੰਦਨ ਦੀ ਖੁਸ਼ਬੂ ਪ੍ਰਾਪਤ ਨਹੀਂ ਕਰਨ ਦਿੰਦਾ। ਗੁਰੂ ਸਵਾਰਿਓ ਨੀਮ ਦੀ ਜਦੋਂ ਉਦਾਹਰਨਾਂ ਲਈ ਕਬੀਰ ਜੀ ਨੇ ਬਚਨ ਕੀਤੇ, ਕਹਿੰਦੇ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹੋ ਕਬੀਰ ਉਹਾ ਕਾ ਸਹਿਜ ਨਾ ਜਾਈ। ਕਹਿੰਦੇ ਹੁਣ ਨਿੰਮ ਦਾ ਰੁੱਖ ਹੈ, ਕਹਿੰਦੇ ਨਿੰਮ ਦੇ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਚਾਹੇ ਅਸੀਂ ਕੁਇੰਟਲਾਂ ਦੇ ਹਿਸਾਬ ਨਾਲ ਖੰਡ ਘੋਲ ਕੇ ਪਾਈਏ, ਪਰ ਫਿਰ ਵੀ ਉਸ ਦਾ ਜਿਹੜਾ ਸੁਭਾਅ ਹੈ ਉਹ ਸੁਭਾਅ ਕੌੜਾ ਹੀ ਕੌੜਾ ਰਹੇਗਾ, ਉਹ ਸੁਭਾਅ ਨਹੀਂ ਬਦਲੇਗਾ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕਹਿੰਦੇ ਕੋਈ ਮਨਮੁਖ ਬੰਦਾ, ਕੋਈ ਵੇਮੁਖ ਬੰਦਾ, ਕੋਈ ਕੁਰੈਤੀਆ ਬੰਦਾ, ਕਹਿੰਦੇ ਉਹ ਸਤ ਸੰਗਤ ਵਿੱਚ ਵੀ ਆ ਜਾਏ ਤੇ ਸਤ ਸੰਗਤ ਦੇ ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕਰ ਸਕਦਾ। ਉੱਥੇ ਆ ਕੇ ਵੀ ਉਸ ਦਾ ਮਨ ਜਿਹੜਾ ਹੈ ਦੈਦ ਸਤਾਉਂਦਾ ਹੈ, ਉਸ ਦਾ ਮਨ ਔਗੁਣਾਂ ਨੂੰ ਹੀ ਪ੍ਰਵਾਨ ਕਰਦਾ ਹੈ, ਉੱਥੇ ਹੀ ਆ ਕੇ ਗੁਣਾਂ ਦਾ ਧਾਰਨੀ ਨਹੀਂ ਬਣ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ, ਕਹਿੰਦੇ ਕਿ ਜਿਵੇਂ ਇੱਕ ਹੰਸ ਹੈ, ਹੁਣ ਹੰਸ ਦਾ ਸੁਭਾਅ ਗੁਰੂ ਸਵਾਰਿਓ ਆਪ ਜੀ ਨੂੰ ਪਤਾ ਹੈ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਇੱਕ ਗੁਰੂ ਕਾ ਸਿੱਖ ਆਇਆ ਜਿਸ ਦਾ ਨਾਮ ਸੀ ਭਾਈ ਪਾਰੋ। ਭਾਈ ਪਾਰੋ ਆ ਕੇ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਸਤਿਗੁਰੂ ਜੀਓ, ਆਪ ਜੀ ਦੇ ਅੰਮ੍ਰਿਤ ਬਚਨ ਹਨ, ਆਪ ਜੀ ਕਹਿੰਦੇ ਹੋ ਸਿੱਖ ਦਾ ਸੁਭਾਅ ਹੰਸ ਵਰਗਾ ਹੋਵੇ, ਸਿੱਖ ਹੰਸ ਵਰਗਾ ਹੋਵੇ, ਆਪ ਕਿਰਪਾ ਕਰਕੇ ਦੱਸੋ ਕਿ ਹੰਸ ਦੀ ਪਛਾਣ ਕੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ ਹੰਸ ਦੀ ਪਛਾਣ ਹੈ, ਹੰਸ ਹੀਰੇ ਮੋਤੀ ਮੁਕਤਾਹਲ ਚੁਗਦਾ ਹੈ, ਹੰਸ ਮੱਛੀਆਂ ਡੱਡੀਆਂ ਨਹੀਂ ਖਾਂਦਾ, ਹੰਸ ਦਾ ਖਾਣਾ ਮੋਤੀ ਮੁਕਤਾਲ ਹੈ, ਤੇ ਹੰਸ ਨੂੰ ਮੋਤੀ ਮੁਕਤਾਹਲ ਖਾਂਦਿਆਂ ਵੇਖੋ ਉਹ ਹੰਸ ਹੈ। ਗੁਰੂ ਸਵਾਰਿਓ ਅੱਗੋਂ ਗੁਰੂ ਕੇ ਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਇਹਦਾ ਕਿਵੇਂ ਪਤਾ ਲੱਗੇਗਾ, ਅਸੀਂ ਹੰਸ ਨੂੰ ਮੋਤੀ ਮੁਕਤਾਹਲ ਚੁਗਦਿਆਂ ਕਿੱਥੇ ਵੇਖ ਸਕਦੇ ਹਾਂ, ਕੋਈ ਹੋਰ ਕਿਰਪਾ ਕਰੋ, ਕੋਈ ਹੋਰ ਉਹਦਾ ਸੁਭਾਅ ਦੱਸੋ, ਕੋਈ ਹੋਰ ਪਛਾਣ ਦੱਸੋ। ਤਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੰਸ ਦਾ ਸੁਭਾਅ ਹੈ ਕਿ ਜੇ ਆਪਾਂ ਹੰਸ ਦੇ ਅੱਗੇ ਇੱਕ ਕਟੋਰਾ ਦੁੱਧ ਦਾ ਪਾਣੀ ਦਾ ਭਰ ਕੇ ਰੱਖੀਏ, ਭਾਵ ਦੁੱਧ ਤੇ ਪਾਣੀ ਨੂੰ ਆਪਸ ਵਿੱਚ ਮਿਕਸ ਕਰਕੇ ਜੇ ਆਪਾਂ ਉਹ ਕਟੋਰਾ ਜਾਂ ਉਹ ਭਾਂਡਾ ਹੰਸ ਦੇ ਅੱਗੇ ਰੱਖੀਏ, ਹੰਸ ਆਵੇਗਾ, ਬਗਲਾ ਵੀ ਆਵੇਗਾ। ਕਹਿੰਦੇ ਬਗਲਾ ਆਪਣੀ ਚੁੰਝ ਪਾਵੇਗਾ, ਉਸ ਪਾਣੀ ਨੂੰ ਕੁਝ ਨਹੀਂ ਹੋਣਾ, ਉਸ ਦੁੱਧ ਨੂੰ ਕੁਝ ਨਹੀਂ ਹੋਣਾ। ਪਰ ਵੇਖੋ ਜਿਉਂ ਹੀ ਹੰਸ ਨੇ ਆਪਣੀ ਚੁੰਝ ਪਾਈ ਤੇ ਉਹਦੇ ਚੁੰਝ ਪਾਉਣ ਦੇ ਨਾਲ ਹੀ ਕਹਿੰਦੇ ਪਾਣੀ ਅਲੱਗ ਤੇ ਦੁੱਧ ਅਲੱਗ ਹੋ ਜਾਏਗਾ। ਪਰਮਾਤਮਾ ਨੇ ਉਹਦੀ ਉਸ ਚੁੰਝ ਦੇ ਵਿੱਚ ਕੋਈ ਐਸਾ ਤੱਤ ਰੱਖਿਆ ਹੈ, ਕੋਈ ਐਸੀ ਰਹਿਮਤ ਬਖਸ਼ਿਸ਼ ਰੱਖੀ ਹੈ ਕਿ ਦੁੱਧ ਤੇ ਪਾਣੀ ਨੂੰ ਅਲੱਗ ਕਰ ਦਿੰਦੀ ਹੈ। ਹੰਸ ਨੇ ਉੱਥੋਂ ਹੀ ਉਹ ਦੁੱਧ ਪੀ ਜਾਣਾ ਹੈ ਤੇ ਜਿਹੜਾ ਪਾਣੀ ਹੈ ਉਹਨੂੰ ਉੱਥੇ ਛੱਡ ਜਾਣਾ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਦਾ ਸੁਭਾਅ ਵੀ ਹੋਣਾ ਚਾਹੀਦਾ ਹੈ।
ਉਹ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆਉਣ, ਸ਼ੁਭ ਗੁਣਾ ਰੂਪੀ ਦੁੱਧ ਨੂੰ ਪੀ ਜਾਣ ਤੇ ਅਵਗੁਣਾ ਰੂਪੀ ਜਲ ਨੂੰ ਛੱਡ ਜਾਣ। ਉਹਨਾਂ ਨੂੰ ਪਰਖ ਦੀ ਚੁੰਝ ਜਿਹੜੀ ਦਿੱਤੀ ਹੈ ਉਹ ਗਿਆਨ ਦੀ ਚੁੰਝ ਹੈ, ਉਹ ਗੁਰਮਰਿਆਦਾ ਦੀ ਚੁੰਝ ਹੈ, ਉਹ ਗੁਰਬਾਣੀ ਦੀ ਚੁੰਝ ਹੈ। ਗੁਰਬਾਣੀ ਦੀ ਕਸਵੱਟੀ ਤੇ ਉਤਾਰ ਕੇ ਸ਼ੁਭ ਗੁਣਾ ਦੇ ਧਾਰਨੀ ਬਣ ਕੇ ਅਵਗੁਣਾ ਦਾ ਤਿਆਗ ਕਰ ਜਾਣ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਉਦਾਹਰਨਾਂ ਦਿੱਤੀਆਂ, ਗੁਰੂ ਸਵਾਰਿਓ ਭਾਈ ਸਾਹਿਬ ਕਹਿਣ ਲੱਗੇ ਕਿ ਇਸੇ ਤਰ੍ਹਾਂ ਹੀ ਜੇ ਆਪਾਂ ਇੱਕ ਬਗਲੇ ਨੂੰ ਕਹੀਏ ਕਿ ਤੇਰੀ ਸ਼ਕਲ ਵੀ ਹੰਸ ਵਰਗੀ ਹੈ, ਤੇਰੀ ਚਾਲ ਵੀ ਹੰਸ ਵਰਗੀ ਦਿਖਾਈ ਦਿੰਦੀ ਹੈ, ਤੇਰਾ ਚਿੱਟਾ ਰੰਗ ਜਿਹੜਾ ਹੈ ਸੰਪੂਰਨ ਹੰਸ ਵਰਗੇ ਵਰ ਲੱਗਦਾ ਹੈ, ਆ ਤੈਨੂੰ ਆਪਾਂ ਮਾਨ ਸਰੋਵਰ ਤੇ ਲੈ ਜਾਈਏ। ਉੱਥੇ ਲਿਜਾ ਕੇ ਉਹਨੂੰ ਕਹੀਏ ਕਿ ਇੱਥੇ ਹੀਰੇ ਮੋਤੀ ਮੁਕਤਾਲ ਪਏ ਨੇ, ਤੂੰ ਇਹਨਾਂ ਨੂੰ ਚੁਗ ਲੈ, ਇਹਨਾਂ ਦਾ ਖਾਣਾ ਖਾ ਲੈ। ਭਾਈ ਸਾਹਿਬ ਕਹਿੰਦੇ ਨਹੀਂ, ਉੱਥੇ ਜਾ ਕੇ ਵੀ ਉਸ ਬਗਲੇ ਨੇ ਹੀਰੇ ਮੋਤੀ ਨਹੀਂ, ਉਹਨੇ ਉੱਥੇ ਵੀ ਮੱਛੀਆਂ ਤੇ ਡੱਡੀਆਂ ਖਾਣੀਆਂ, ਉਹਨੇ ਉੱਥੇ ਕੀੜੇ ਮਕੌੜਿਆਂ ਨੂੰ ਚੁੰਝ ਮਾਰਨੀ। ਦੂਜੀ ਉਦਾਹਰਨਾਂ ਦਿੰਦੇ, ਕਹਿੰਦੇ ਜਿਵੇਂ ਇੱਕ ਜੋਕ ਹੈ, ਆਪਾਂ ਜੋਕ ਨੂੰ ਗਊ ਦੇ ਥਣਾ ਨਾਲ ਲਾ ਦਈਏ, ਉਹਨੂੰ ਆਖੀਏ ਕਿ ਇਹਦੇ ਵਿੱਚ ਅੰਮ੍ਰਿਤ ਵਰਗਾ ਦੁੱਧ ਹੈ, ਤੂੰ ਅੰਮ੍ਰਿਤ ਵਰਗਾ ਦੁੱਧ ਪੀ ਲੈ, ਦੁੱਧ ਪੀ ਤੇਰਾ ਜੀਵਨ ਬਣ ਜਾਏਗਾ। ਕਹਿੰਦੇ ਅੱਗੋਂ ਉਸ ਜੋਕ ਨੇ, ਉਸ ਚਿੱਚੜ ਨੇ, ਕਹਿੰਦੇ ਦੁੱਧ ਨਹੀਂ ਪੀਣਾ, ਉਹਦਾ ਸੁਭਾਅ ਹੈ ਕਿ ਉਹਨੇ ਲਹੂ ਹੀ ਪੀਣਾ ਹੈ। ਤੀਜੀ ਉਦਾਹਰਨਾਂ ਦੇਖ ਕੇ ਭਾਈ ਗੁਰਦਾਸ ਜੀ ਸਮਝਾਉਣ ਦਾ ਯਤਨ ਕਰਦੇ ਨੇ, ਕਹਿੰਦੇ ਕਿ ਜਿਵੇਂ ਇੱਕ ਹਾਥੀ ਸਰੋਵਰ ਦੇ ਵਿੱਚ ਵੜਿਆ, ਕਿਸੇ ਦਰਿਆ ਦੇ ਵਿੱਚ ਵੜਿਆ, ਜਲ ਦੇ ਵਿੱਚ ਵੜਿਆ, ਉਹਨੇ ਇਸ਼ਨਾਨ ਕੀਤਾ, ਆਪਣੇ ਸਰੀਰ ਦੇ ਉੱਪਰ ਪਾਣੀ ਉਡਾ ਡਾ ਕੇ ਮਾਰਿਆ, ਬੜਾ ਸਾਫ ਸੁਥਰਾ ਹੋ ਕੇ ਬਾਹਰ ਨਿਕਲਿਆ। ਨਿਕਲਦਿਆਂ ਸਾਰ ਹੀ ਉਹਨੇ ਜਦੋਂ ਰੇਤਾ ਵੇਖਿਆ, ਮਿੱਟੀ ਗਰਦ ਗੁਬਾਰ ਵੇਖੀ, ਉਹਨੇ ਉਹ ਮਿੱਟੀ ਤੇ ਘੱਟਾ ਆਪਣੇ ਸਰੀਰ ਦੇ ਉੱਪਰ ਪਾ ਲਿਆ। ਉਹਨੇ ਫਿਰ ਕੀਤੇ ਕਰਤਾਏ ਇਸ਼ਨਾਨ ਨੂੰ ਫਿਰ ਵਿਅਰਥ ਕਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਕਹਿੰਦੇ ਇਸੇ ਤਰ੍ਹਾਂ ਜੇ ਕੋਈ ਵੇਮੁਖ ਮੰਦਾ, ਜੇ ਕੋਈ ਪਾਪੀ ਬੰਦਾ, ਜੇ ਕੋਈ ਸੰਤ ਦੋਖੀ, ਸਤ ਸੰਗਤ ਦੋਖੀ ਜੇ ਸਤ ਸੰਗਤ ਵਿੱਚ ਆ ਜਾਂਦਾ ਹੈ, ਇੱਥੇ ਆ ਕੇ ਜੇ ਥੋੜਾ ਸਮਾਂ ਉਹ ਰੱਬ ਰੱਬ ਕਰਦਾ ਵੀ ਹੈ, ਜਾਂ ਥੋੜਾ ਸਮਾਂ ਆ ਕੇ ਉਹ ਸਤ ਸੰਗਤ ਕਰਦਾ ਵੀ ਹੈ, ਪਰ ਬਾਹਰ ਨਿਕਲ ਕੇ ਉਹਦਾ ਉਹ ਸੁਭਾਅ ਪੁਰਾਣਾ, ਉਹ ਜਿਹੜਾ ਕੌੜਾ ਸੁਭਾਅ ਹੈ, ਉਹ ਵਿਕਾਰੀ ਸੁਭਾਅ ਜਿਹੜਾ ਹੈ, ਮਨਮੁਖਤਾ ਵਾਲਾ ਸੁਭਾਅ ਫਿਰ ਆ ਜਾਂਦਾ ਹੈ। ਕਹਿੰਦੇ ਉਹਦਾ ਸਤ ਸੰਗਤ ਵਿੱਚ ਆਉਣਾ ਵਿਅਰਥ ਹੋਇਆ। ਸਤ ਸੰਗਤ ਵਿੱਚ ਆ ਕੇ ਵੀ ਉਹਨੇ ਗੁਣ ਪ੍ਰਾਪਤ ਨਾ ਕੀਤੇ। ਭਾਈ ਸਾਹਿਬ ਜੀ ਨੇ ਬਚਨ ਕੀਤੇ, ਕਹਿੰਦੇ ਜਿਵੇਂ ਕਿ ਇੱਕ ਹੰਸ ਨੂੰ ਬਚਨ ਕੀਤੇ ਮਾਨ ਸਰ ਲੋ ਜਾਏ, ਬੈਠਾਈ ਹੈ ਜੋ ਬਕ ਮੁਕਤਾ ਅਮੋਲ ਤਾ ਜ਼ਮੀਨ ਬੀਨ ਖਾਤ ਹੈ। ਕਹਿੰਦੇ ਮਾਨ ਸਰੋਵਰ ਤੇ ਲੈ ਜਾ ਕੇ ਅਸੀਂ ਬਗਲੇ ਨੂੰ ਕਿਹਾ ਕਿ ਇੱਥੋਂ ਮੋਤੀ ਹੀਰੇ ਚੁਗ ਲੈ, ਕਹਿੰਦੇ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ, ਕਹਿੰਦੇ ਮੱਛੀਆਂ ਤੇ ਡੱਡੀਆਂ ਹੀ ਖਾਣੀਆਂ ਨੇ। ਅਸਤਲਫਾਨ ਕਰਬੇ ਕੋ ਲਾਈ ਹੈ ਜੋ ਜੋਕ, ਪੈ ਨਾ ਨਿਦ ਲਹੂ ਅਚਾਇ ਅਘਾਤ ਹੈ। ਕਹਿੰਦੇ ਉਹਨੇ ਦੁੱਧ ਨਹੀਂ ਪੀਣਾ, ਉਸ ਜੋਕ ਨੇ ਲਹੂ ਹੀ ਪੀਣਾ ਹੈ। ਜੈਸੇ ਗੱਜ ਮੱਜਨ ਕਹਿ ਉਡਾਈਐ ਛਾਰ ਤਨ, ਕਹਿੰਦੇ ਜਿਸ ਤਰ੍ਹਾਂ ਹਾਥੀ ਦੇ ਇਸ਼ਨਾਨ ਕਰਨ ਦੇ ਨਾਲ ਉਪਰੰਤ ਉਹਨੇ ਛਾਰ ਉਡਾ ਦਿੱਤੀ, ਉਹਨੇ ਗਰਦੋ ਗਵਾਰ ਉਡਾ ਦਿੱਤਾ। ਕਹਿੰਦੇ ਤੈਸੇ ਸੰਤ ਦੋਖੀ ਸਤ ਸੰਗ ਨਾ ਸੁਹਾਤ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸੰਤ ਦੋਖੀ ਹੈ ਉਹਨੂੰ ਸਤ ਸੰਗਤ ਚੰਗੀ ਨਹੀਂ ਲੱਗਦੀ, ਉਹ ਸਤ ਸੰਗਤ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਸਵਾਰਿਓ ਹੁਣ ਆਪਾਂ ਵੇਖਦੇ ਹਾਂ ਕਈ ਗੁਰਧਾਮ, ਕਈ ਪ੍ਰਮਾਤਮਾ ਦੇ ਦਰ ਜਿਹੜੇ ਨੇ 24 ਘੰਟੇ ਖੁੱਲ੍ਹੇ ਰਹਿੰਦੇ ਨੇ, ਜਿੱਥੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਹੈ, ਜਿੱਥੇ ਸਤ ਸੰਗੀ ਜੀਵ ਆ ਕੇ ਰੱਬ ਰੱਬ ਕਰਦੇ ਨੇ, ਗੁਰੂ ਗੁਰੂ ਜਪਦੇ ਨੇ, 2 ਘੜੀਆਂ ਸਫਲਾ ਕਰਦੇ ਨੇ, ਆਪਣਾ ਜੀਵਨ ਸਫਲਾ ਕਰਦੇ ਨੇ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਬਾਣੀ ਅੰਦਰ ਇੱਕ ਉਪਦੇਸ਼ ਕੀਤਾ, ਕਹਿੰਦੇ ਜ਼ਰੂਰੀ ਨਹੀਂ ਕਿ ਜਿਹੜੇ ਰੋਜ਼ ਗੁਰਦੁਆਰੇ ਆਉਂਦੇ ਨੇ, ਜਿਹੜੇ ਰੋਜ਼ ਸਤ ਸੰਗਤ ਵਿੱਚ ਆਉਂਦੇ ਨੇ, ਉਹਨਾਂ ਸਾਰਿਆਂ ਦਾ ਹੀ ਆਉਣਾ ਸਫਲ ਹੋਇਆ। ਕਹਿੰਦੇ ਕਈ ਤਾਂ ਲੋਕ ਦਿਖਾਵਾ ਕਰਨ ਦੇ ਲਈ ਆਉਂਦੇ ਨੇ ਕਿ ਲੋਕ ਆਖਣ ਜੀ ਗੁਰੂ ਘਰ ਜਾਂਦਾ ਹੈ, ਸਤ ਸੰਗਤ 'ਤੇ ਜਾਂਦਾ ਹੈ, ਤੀਰਥ ਇਸ਼ਨਾਨ ਕਰਨ ਜਾਂਦਾ ਹੈ। ਕਹਿੰਦੇ ਕਿ ਆਉਣਾ ਕਿਹਨਾਂ ਦਾ ਪ੍ਰਵਾਨ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਉਦਾਹਰਨਾਂ ਦਿੱਤੀਆਂ, ਕਹਿੰਦੇ ਜਿਵੇਂ ਇੱਕ ਜੰਗਲ ਹੈ, ਉਸ ਜੰਗਲ ਦੇ ਵਿੱਚ ਅਨੇਕਾਂ ਬਿਰਖ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਕਹਿੰਦੇ ਪੰਛੀ ਉੱਡ ਕੇ ਆਏ, ਪਰ ਪੰਛੀ ਕਿਹੜੇ ਰੁੱਖ ਤੇ ਬੈਠਦੇ ਨੇ? ਜਿਸ ਰੁੱਖ ਦੇ ਫਲ ਮਿੱਠੇ ਹੁੰਦੇ ਨੇ। ਕਹਿੰਦੇ ਪੰਛੀਆਂ ਨੇ ਉਸ ਰੁੱਖ ਤੇ ਬਸੇਰਾ ਬਣਾਇਆ ਜਿੱਥੇ ਮਿੱਠੇ ਫਲ ਹੋਏ। ਕਹਿੰਦੇ ਇਸੇ ਤਰ੍ਹਾਂ ਸੰਸਾਰ ਵਿੱਚ ਅਨੇਕਾਂ ਪਹਾੜ ਨੇ, ਅਨੇਕਾਂ ਪੱਥਰ ਨੇ, ਅਣਗਿਣਤ ਪਹਾੜ ਨੇ, ਪਰ ਕਹਿੰਦੇ ਕਿ ਸਾਇੰਟਿਸਟ ਲੋਕ, ਖੋਜੀ ਲੋਕ ਉਸ ਪੱਥਰ ਦੀ ਖੋਜ ਕਰਦੇ ਨੇ ਜਿਸ ਪੱਥਰ ਦੇ ਵਿੱਚ ਹੀਰਾ ਹੁੰਦਾ, ਜਿਸ ਪਹਾੜ ਦੇ ਵਿੱਚ ਕੋਇਲਾ ਹੁੰਦਾ ਹੈ, ਜਿਸ ਪਹਾੜ ਦੇ ਵਿੱਚ ਸੋਨਾ ਚਾਂਦੀ ਹੁੰਦਾ ਹੈ। ਵੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਉੱਥੇ ਹੀਰੇ ਦੀ ਗੱਲ ਕੀਤੀ। ਕਹਿੰਦੇ ਜਿਸ ਪੱਥਰ ਵਿੱਚ ਹੀਰਾ ਹੈ, ਖੋਜੀ ਉਹਦੀ ਖੋਜ ਕਰਦੇ ਨੇ। ਕਹਿੰਦੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਅਨੇਕਾਂ ਜੀਵ ਜੰਤੂ ਨੇ,
ਬਾਣੀ ਵਿੱਚ ਵੀ ਫਰਮਾਨ ਹੈ 42 ਲੱਖ ਜੀਵ ਜਲ ਮੈਂ ਹੋਤੇ ਬੀਠਲ ਪਹਿਲਾ ਕਾਹੇ ਕਰੋ, ਭਾਵ ਕਿ 84 ਲੱਖ ਜੂਨਾ ਜੋ ਮੰਨੀਆਂ ਗਈਆਂ ਉਹਨਾਂ ਵਿੱਚੋਂ 42 ਲੱਖ ਜੂਨਾ ਤਾਂ ਪਾਣੀ ਵਿੱਚ ਨੇ। ਕਹਿੰਦੇ ਪਾਣੀ ਵਿੱਚ ਅਨੇਕਾਂ ਜੀਵ ਰਹਿੰਦੇ ਨੇ, ਪਰ ਹੰਸ ਆਇਆ, ਉਹਨੇ ਮੋਤੀ ਮੁਕਤਾਹਲ ਪ੍ਰਾਪਤ ਕੀਤੇ, ਉਹਨੇ ਜਾ ਕੇ ਮਾਨ ਸਰੋਵਰ ਤੋਂ ਮੋਤੀ ਮੁਕਤਾਹਲ ਪ੍ਰਾਪਤ ਕਰ ਲਏ। ਕਹਿੰਦੇ ਬਾਕੀ ਜੀਵ ਜੰਤੂ ਕਈ ਤਾਂ ਪਾਣੀ ਵਿੱਚ ਰਹਿ ਕੇ ਵੀ ਪਿਆਸੇ ਹੀ ਰਹਿੰਦੇ ਨੇ, ਮੱਛੀਆਂ ਵਾਂਗ। ਗੁਰੂ ਸਵਾਰਿਓ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦੇ ਕੇ ਸਮਝਾਇਆ। ਕਹਿੰਦੇ ਗੁਰੂ ਕੀ ਸ਼ਰਨ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ ਅਨੇਕਾਂ ਜੀਵ ਆਉਂਦੇ ਨੇ। ਜਿਵੇਂ ਕਿ ਜੰਗਲ ਵਿੱਚ ਪੰਛੀ ਗਏ, ਅਨੇਕਾਂ ਰੁੱਖ ਨੇ, ਪਰ ਮਿੱਠੇ ਫਲ ਜੇ ਦੇ ਪੰਛੀ ਉਹਦੇ 'ਤੇ ਬੈਠਦਾ। ਉਸ ਪੱਥਰ ਦੀ ਖੋਜ ਜਿਸ ਪੱਥਰ ਵਿੱਚ ਹੀਰਾ, ਕਹਿੰਦੇ ਉਸ ਨੂੰ ਹੀ ਸੰਸਾਰ ਵਿੱਚ ਸਤਿਕਾਰ ਮਿਲਦਾ ਹੈ। ਉਹੀ ਗੁਰੂ ਕੇ ਦਰ ਪ੍ਰਵਾਨ ਹੁੰਦਾ ਹੈ, ਜਿਹਦੇ ਅੰਦਰ ਆ ਕੇ ਗੁਰੂ ਦਾ ਗਿਆਨ ਵਸ ਜਾਂਦਾ ਹੈ, ਜਿਹੜਾ ਸਤ ਸੰਗਤ ਵਿੱਚ ਆ ਕੇ ਸ਼ੁਭ ਗੁਣ ਧਾਰਨ ਕਰਕੇ ਆਪਣੇ ਹਿਰਦੇ ਅੰਦਰ ਵਸਾ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ। ਕਹਿੰਦੇ ਜੈਸੇ ਸਫਲ ਬਨ ਵਿਖੈ ਬਿਰਖਾ ਬਿਬੇਦ, ਜਾਂ ਕੇ ਫਲ ਮੀਠੇ ਖੱਗ ਤਾਂ ਪੇ ਚੱਲ ਜਾਤ ਹੈ। ਕਹਿੰਦੇ ਜੈਸੇ ਸਗਲ ਪਰਬਤ ਵਿਖੈ ਪੇ ਕੀਏ ਪਾਖਾਨ ਬੋ, ਜਾਂ ਮੈਂ ਹੀਰਾ ਖੋਜੀਤਾ ਹੈ ਖੋਜ ਲਲਚਾਤ ਹੈ। ਜੈਸੇ ਜਲਦ ਮਦ ਬਸੰਤ ਅਨੰਤ ਸਿੱਖ, जैसे जलद मद बसंत अनंत जंत, मोती मुक्ताहल जामै हंस खोज खात है। कहते तैसे गुर चरण शरण बसंत अनंत सिख, जामै गुर ज्ञान ताहे लोक लपटात है। कहते इस तरह गुरु की शरण दे विच सवेरे तो लैके शाम तक ਲੱਖਾਂ ਸੰਗਤਾਂ ਆਉਂਦੀਆਂ, ਲੱਖਾਂ ਸਿੱਖ ਆਉਂਦੇ, ਮੱਥੇ ਟੇਕਦੇ, ਆਪਣੀਆਂ ਭੇਟਾਵਾਂ ਪ੍ਰਵਾਨ ਕਰਦੇ। ਗੁਰੂ ਕੇ ਦਰ ਤੇ ਭੇਟਾ, ਗੁਰੂ ਕੇ ਦਰ ਤੇ ਭੇਟਾ ਰੱਖ ਕੇ ਤੇ ਮੱਥਾ ਟੇਕ ਕੇ ਗੁਰੂ ਚਰਨਾਂ ਵਿੱਚ ਬੇਨਤੀਆਂ ਕਰਦੇ। ਪਰ ਪਾਤਸ਼ਾਹ ਸਤਿਗੁਰੂ ਜੀ ਦੇ ਦਰ ਤੇ ਆਉਣਾ ਪ੍ਰਵਾਨ ਕਿਨਾਂ ਦਾ ਹੋਇਆ? ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ ਹੈ, ਤੈਸੇ ਗੁਰ ਚਰਨ ਸ਼ਰਨ ਬਸੰਤ ਅਨੰਤ ਸਿੱਖ, ਜਾਂ ਮੈਂ ਗੁਰ ਗਿਆਨ ਤਾਹੇ ਲੋਕ ਲਪਟਾਤ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ, ਉਹਨਾਂ ਦਾ ਹੀ ਸੰਸਾਰ ਵੀ ਸਤਿਕਾਰ, ਉਹਨਾਂ ਨੂੰ ਹੀ ਗੁਰੂ ਦੇ ਦਰ ਤੇ ਪ੍ਰਵਾਨਗੀ ਮਿਲਦੀ ਹੈ, ਗੁਰੂ ਦਾ ਦਰ ਪ੍ਰਾਪਤ ਹੁੰਦਾ ਹੈ। ਗੁਰੂ ਸਵਾਰਿਓ, ਹੁਣ ਇਹਨਾਂ ਗੱਲਾਂ ਤੋਂ ਵਿਚਾਰ ਇਹ ਹੋਈ ਕਿ ਸਤ ਸੰਗਤ ਕਰਨੀ ਜ਼ਰੂਰੀ ਹੈ। ਜਿਨ੍ਹਾਂ ਨੇ ਸਤ ਸੰਗਤ ਕੀਤੀ, ਸਤ ਸੰਗੀਆਂ ਦੇ ਨਾਲ ਮੇਲ ਕੀਤਾ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋਇਆ। ਹੁਣ ਅੱਜ ਕੱਲ੍ਹ ਇੱਕ ਗੱਲ ਆਮ ਦੇਖਣ ਵਿੱਚ ਮਿਲਦੀ ਹੈ, ਸੁਣਨ ਵਿੱਚ ਮਿਲਦੀ ਹੈ। ਜੇ ਕਿਸੇ ਨੂੰ ਕਹੀਏ ਗੁਰੂ ਪਿਆਰਿਆ ਗੁਰੂ ਦਰ ਤੇ ਆਇਆ ਕਰ, ਅੰਮ੍ਰਿਤ ਵੇਲੇ ਦੀ ਸੰਭਾਲ ਕਰ, ਤੇ ਅੱਗੋਂ ਕਹਿ ਦਿੰਦੇ ਸਾਡੇ ਕੋਲ ਟਾਈਮ ਨਹੀਂ, ਸਾਡੇ ਕੋਲ ਕਾਰੋਬਾਰ ਇਤਨੇ ਨੇ, ਸਾਡਾ ਵਿਸਥਾਰ ਇਤਨਾ ਹੈ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈ। ਗੁਰੂ ਸਵਾਰਿਓ, ਜਦੋਂ ਆਪਾਂ ਸਤਿਗੁਰਾਂ ਤੋਂ ਪੁੱਛੀਏ, ਗੁਰਬਾਣੀ ਤੋਂ ਪੁੱਛੀਏ, ਸੱਚੇ ਪਾਤਸ਼ਾਹ ਸਾਨੂੰ ਕਿੰਨਾ ਕੁ ਸਮਾਂ ਲਾਉਣਾ ਹੈ, ਸਤ ਸੰਗਤ ਦੇ ਵਿੱਚ ਕਿਤਨਾ ਕੁ ਸਮਾਂ ਲਾਈਏ? ਤੇ ਕਬੀਰ ਜੀ ਫਿਰ ਫਰਮਾਨ ਕਰਦੇ ਨੇ, ਕਬੀਰ ਏਕ ਘਰੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਹਿੰਦੇ ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਉਸ ਦਾ ਅੱਧਾ 12 ਮਿੰਟ, ਉਸ ਤੋਂ ਵੀ ਅੱਧਾ 6 ਮਿੰਟ, ਉਸ ਤੋਂ ਵੀ ਅੱਧਾ 3 ਮਿੰਟ ਤੇ 1.5 ਮਿੰਟ। ਕਬੀਰ ਜੀ ਕਹਿੰਦੇ ਜੇ ਤੂੰ 1.5 ਮਿੰਟ ਵੀ ਬੈਠ ਕੇ ਮਨ ਕਰਕੇ, ਬਿਰਤੀ ਕਰਕੇ, ਇਕਾਗਰਤਾ ਕਰਕੇ ਰੱਬ ਰੱਬ ਕਰੇਂਗਾ, ਗੁਰੂ ਗੁਰੂ ਜਪੇਂਗਾ, ਤੇ ਤੇਰੇ 24 ਘੰਟੇ ਪ੍ਰਵਾਨ ਹੋ ਜਾਣਗੇ। ਇਹਨਾਂ ਹੀ ਗੱਲਾਂ ਨੂੰ, ਇਹਨਾਂ ਹੀ ਵਿਚਾਰਾਂ ਨੂੰ ਉਦਾਹਰਨਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਮਝਾਉਣਾ ਕੀਤਾ। ਕਹਿਣ ਲੱਗੇ ਗੁਰੂ ਕੇ ਪਿਆਰਿਆ, ਤੂੰ ਕਹਿੰਦਾ ਮੇਰੇ ਕੋਲ ਸਮਾਂ ਨਹੀਂ। ਕਹਿੰਦੇ ਵੇਖ, ਇੱਕ ਬੇੜੀ ਹੈ, ਉਸ ਬੇੜੀ ਦੇ ਵਿੱਚ 150 ਬੰਦਾ ਬੈਠਿਆ। ਉਸ ਬੇੜੀ ਨੂੰ ਚਲਾਉਣ ਵਾਲਾ ਮਲਹਾ ਜਦੋਂ ਬੇੜੀ ਨੂੰ ਦਰਿਆ ਦੇ ਵਿੱਚ ਠੇਲ ਜਾਂਦਾ ਹੈ, ਠੇਲ ਦਿੰਦਾ ਹੈ। ਕਹਿੰਦੇ ਬੇੜੀ ਦਰਿਆ ਦੇ ਵਿੱਚ ਗਈ। ਬੇੜੀ ਦਾ ਜਿਹੜਾ ਹੇਠਲਾ ਹਿੱਸਾ ਹੈ, ਤਕਰੀਬਨ 98% ਹਿੱਸਾ ਪਾਣੀ ਵਿੱਚ ਡੁੱਬ ਜਾਂਦਾ ਹੈ। ਕੇਵਲ 2 ਇੰਚਾਂ ਜਾਂ 2 ਉਂਗਲਾਂ ਉਹ ਬੇੜੀ ਪਾਣੀ ਤੋਂ ਬਾਹਰ ਰਹਿੰਦੀ ਹੈ, ਤੇ ਉਹਨਾਂ 2 ਉਂਗਲਾਂ ਦੇ ਪਾਣੀ ਤੋਂ ਬਾਹਰ ਰਹਿਣ ਦੇ ਸਹਾਰੇ ਹੀ ਉਹ ਬੇੜੀ ਪਾਰ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਕਹਿੰਦੇ ਉਹਨਾਂ 2 ਉਂਗਲਾਂ ਦੇ ਸਹਾਰੇ ਉਹ ਬੇੜੀ ਪਾਰ ਹੋ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਇੱਕ ਬੰਦਾ ਬੈਠ ਕੇ ਪਾਕਸਾਲ ਦੇ ਵਿੱਚ ਭੋਜਨ ਛਕਦਾ ਹੈ, ਲੰਗਰ ਵਿੱਚ ਬੈਠ ਕੇ ਲੰਗਰ ਪ੍ਰਸ਼ਾਦਾ ਛਕਦਾ ਹੈ। ਕਹਿੰਦੇ ਇੱਕ ਵਾਰੀ ਛਕਿਆ, ਉਹਦੇ 12 ਘੰਟੇ ਲਈ ਤ੍ਰਿਪਤ ਹੋ ਗਿਆ। ਕਈ 24 ਘੰਟੇ ਲਈ ਤ੍ਰਿਪਤ ਹੋ ਜਾਂਦੇ ਨੇ। ਇੱਕ ਵਾਰੀ ਛਕਿਆ ਤੇ 24 ਘੰਟੇ ਲਈ ਉਹ ਤ੍ਰਿਪਤ ਹੋ ਗਏ। ਕਹਿਣ ਲੱਗੇ ਇਸੇ ਤਰ੍ਹਾਂ ਹੁਣ ਉਹਨੇ ਛਕਿਆ ਤਾਂ ਕੇਵਲ 10 ਮਿੰਟ ਲਾ ਕੇ, ਉਹਨੇ ਛਕਿਆ ਤਾਂ ਕੇਵਲ 20 ਮਿੰਟ ਲਾ ਕੇ, ਪਰ 12-13 ਘੰਟਿਆਂ ਦੇ ਲਈ ਉਹਦੀ ਭੁੱਖ ਖਤਮ ਹੋ ਗਈ, ਉਹਦੀ ਭੁੱਖ ਮਿਟ ਗਈ। ਕਹਿਣ ਲੱਗੇ ਇਸੇ ਤਰ੍ਹਾਂ ਹੇ ਗੁਰੂ ਪਿਆਰਿਆ,
ਤੂੰ ਵੀ ਜੇ 10 ਮਿੰਟ ਆ ਕੇ ਸਤ ਸੰਗਤ ਕਰੇਗਾ ਤੇ ਤੇਰੀ 24 ਘੰਟੇ ਦੀ ਭੁੱਖ ਖਤਮ ਹੋ ਜਾਏਗੀ। ਗੁਰੂ ਸਵਾਰਿਓ, ਅੱਗੇ ਭਾਈ ਸਾਹਿਬ ਜੀ ਨੇ ਜੋ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ, ਕਹਿਣ ਲੱਗੇ ਕਿ ਇੱਕ ਗਰੀਬ ਬੰਦਾ ਹੈ, ਉਸ ਗਰੀਬ ਬੰਦੇ ਨੂੰ ਕਿਸੇ ਨੇ ਕਿਹਾ ਕਿ ਸਾਡੀ ਅੱਜ ਦੀ ਸਰਕਾਰ ਬੜੀ ਚੰਗੀ ਹੈ, ਸਾਡਾ ਮੁੱਖ ਮੰਤਰੀ ਬੜਾ ਚੰਗਾ ਹੈ, ਸਾਡਾ ਪ੍ਰਧਾਨ ਮੰਤਰੀ ਬੜਾ ਚੰਗਾ ਹੈ, ਤੂੰ ਉਹਦੇ ਕੋਲ ਜਾ, ਉਹ ਤੇਰੀ ਜ਼ਰੂਰ ਮਦਦ ਕਰਨਗੇ। ਵੇਖੋ ਭਾਈ ਸਾਹਿਬ ਜੀ ਤਾਂ ਰਾਜੇ ਦੀ ਉਦਾਹਰਨਾਂ ਦਿੰਦੇ ਨੇ। ਹੁਣ ਅੱਜ ਕੱਲ੍ਹ ਦੇ ਜਿਵੇਂ ਬੇਤਾਜ ਬਾਦਸ਼ਾਹ ਨੇ, ਬੇਤਾਜ ਰਾਜੇ ਨੇ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ, ਰਾਸ਼ਟਰਪਤੀ ਆਦਿ। ਗੁਰੂ ਸਵਾਰਿਓ, ਕਹਿੰਦੇ ਉਹ ਗਰੀਬ ਬੰਦਾ ਉੱਠਿਆ, ਉਹਨੇ ਇੱਕ ਦਰਖਾਸਤ ਲਿਖੀ, ਇੱਕ ਐਪਲੀਕੇਸ਼ਨ ਲਿਖੀ। ਐਪਲੀਕੇਸ਼ਨ ਲਿਖ ਕੇ ਉਹ ਪ੍ਰਧਾਨ ਮੰਤਰੀ ਦੇ ਕੋਲ ਗਿਆ ਜਾਂ ਮੁੱਖ ਮੰਤਰੀ ਦੇ ਕੋਲ ਗਿਆ। ਉਹਨੇ ਕਿਹਾ, ਮੈਂ ਗਰੀਬ ਹਾਂ, ਮੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ, ਮੈਨੂੰ ਰਹਿਣ ਦੇ ਲਈ ਛੱਤ ਨਹੀਂ, ਮੈਨੂੰ ਰਹਿਣ ਲਈ ਬਸੇਰਾ ਨਹੀਂ, ਮੈਨੂੰ ਪਹਿਨਣ ਲਈ ਬਸਤਰ ਨਹੀਂ, ਖਾਣ ਲਈ ਭੋਜਨ ਨਹੀਂ, ਕਰੋ ਮੇਰੇ ਤੇ ਕਿਰਪਾ, ਮੇਰੀ ਗਰੀਬੀ ਕੱਟ ਦਿਓ, ਮੇਰੀ ਮਦਦ ਕਰੋ। ਕਹਿੰਦੇ ਉਸ ਮੁੱਖ ਮੰਤਰੀ ਨੇ ਆਪਣੀ ਕਲਮ ਚੁੱਕੀ, ਆਪਣੀ ਪੈਨ ਚੁੱਕੀ ਤੇ ਉਹਨੇ ਇੱਕ ਸਾਈਨ ਮਾਰਿਆ। ਉਸ ਸਾਈਨ ਕਰਨ ਨੂੰ ਵੱਧ ਤੋਂ ਵੱਧ ਅੱਧਾ ਸੈਕਿੰਡ ਲੱਗਿਆ ਜਾਂ 2 ਸੈਕਿੰਡ ਲੱਗੇ, ਵੱਧ ਤੋਂ ਵੱਧ 5 ਸੈਕਿੰਡ ਲੱਗੇ ਤੇ ਉਹਦੇ ਸਾਈਨ ਕਰਨ ਦੇ ਨਾਲ ਹੀ ਦਰਖਾਸਤ ਪ੍ਰਵਾਨ ਹੋ ਗਈ ਕਿ ਆ ਇਹਨੂੰ ਇਤਨੇ ਲੱਖ ਰੁਪਇਆ ਦੇ ਦਿਓ, ਜਾਂ ਇਹਨੂੰ ਕੋਈ ਸਰਕਾਰੀ ਨੌਕਰੀ ਦੇ ਦਿਓ, ਜਾਂ ਇਹਦੇ ਲਈ ਕੋਈ ਖਜ਼ਾਨਾ ਬਖਸ਼ਿਸ਼ ਕਰ ਦਿਓ। ਕਹਿੰਦੇ ਇੱਕ ਛੋਟਾ ਜਿਹਾ ਸਾਈਨ ਹੋਇਆ ਤੇ ਉਸ ਗਰੀਬ ਦੀ ਗਰੀਬੀ ਕੱਟੀ ਗਈ। ਕਹਿੰਦੇ ਇਸੇ ਤਰ੍ਹਾਂ ਹੇ ਗੁਰੂ ਕੇ ਪਿਆਰਿਆ, ਇਹ ਜੋ 24 ਘੰਟੇ ਹਨ, ਇਹ ਜਿਹੜੇ 8 ਪੈਰ ਨੇ, 8 ਪੈਰਾਂ ਦੇ ਵਿੱਚ 60 ਘੜੀਆਂ ਬਣਦੀਆਂ ਨੇ। ਕਹਿੰਦੇ ਇਹਨਾਂ 60 ਘੜੀਆਂ ਦੇ ਵਿੱਚ ਤੂੰ ਇੱਕ ਘੜੀ ਵੀ ਸਤ ਸਮਾਗਮ ਕਰੇਗਾ, ਸਤ ਸੰਗਤ ਕਰੇਗਾ ਤੇ ਤੇਰਾ ਭਾਰ ਉਤਾਰਾ ਹੋ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹੈ, ਕਹਿੰਦੇ ਜੈਸੇ ਬੋਝ ਭਰੀ ਨਾਉ ਦਵੈ ਆਂਗੁਰੀ ਬਾਰ ਹੋਵੈ, पूर परੈ पार सब कुशल बेहात है। जैसे राज द्वार करत जोहार जन, एक करी पाछै देश के पुगात है। जैसे एक हारी पाकसाल बैठ भोजन के बिंजन आद, स्वाद के आघात है। कहते इसी तरह तैसे 8 ही पैर 60 घरी मैं एक घरी, साध समागम करे निज कर जात है। कहते 60 घड़ियां दे विच एक घड़ी भी कोई साध समागम करे, सत संगत विच जुड़े, कहते ओदा भार उतारा हो जाता है, परमात्मा दे देश अपड़ जाता है। आओ आपां भी सत संगत करिए, परमात्मा दे नाम नाल जुड़िए, गुरु घर दे नाल जुड़िए, गुरु ग्रंथ साहिब दी पवित्र बाणी दे नाल जुड़िए, जुड़ के अपना जीवन सफला करिए। गुरु सवारियो, सतगुरु गुरु रामदास सच्चे पातशाह जी अपनी पवित्र बाणी अंदर बचन करते हैं, सतगुर बाजों संगत ना होई, बेन शब्द है भार ना पावै कोई, सहजे गुण रवै दिन राती, ज्योति जोत मिलावणिया। कहते गुरु सवारियो, सतगुरु तो बिना संगत नहीं, गुरु तो बिना सत संगत नहीं, सो गुरु की संगत करिए। भाई साहब भाई गुरदास जी के बचन है, एक सिख दो संगति, पंजी परमेश्वर, एक है कला सिख है, दो मिल गए सत संगत बन गई, ते जिथे 5 हैं उत्थे आप परमेश्वर है। सो सत संगत करिए, सत संगत नाल जुड़िए, अपना जीवन सफला करिए। सतगुरु गुरु नानक साहिब जी दे ये अमृत बचन, सत संगत कैसी जानी है, जिथे एको नाम वखाणी है, एको नाम हुक्म है, नानक सतगुरु दिया बुझाए जियो। इतनी सेवा प्रवान होइयां पुलां चुकां दी खिमा। वाहिगुरू जी का खालसा, वाहिगुरू जी की फतेह।